ਦੇਸ਼ ਦੇ ਸਾਰੇ ਦਰਸ਼ਕਾਂ ਦਾ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਖਾਸ ਪ੍ਰੋਗਰਾਮ ਹੈ ਜੀ ਯੂਰਪੀਅਨ ਯੂਨੀਅਨ ਅਤੇ ਬਰਤਾਨੀਆ ਦਾ ਜੋ ਝਗੜਾ ਕਹਿ ਦਈਏ, ਹੁਣ ਝਗੜਾ ਹੀ ਬਣ ਗਿਆ ਰੱਖ ਲਓ ਥੋੜ੍ਹੇ ਸਮੇਂ ਤੋਂ, ਕਿਉਂਕਿ ਦੋਹਾਂ ਮੁਲਕਾਂ ਦੀ ਜਿਹੜੀ ਸੰਧੀ ਚੱਲਦੀ ਸੀ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਬੜਾ ਪਿਆਰ ਸੀ ਆਪਸ ਵਿੱਚ ਹੀ। ਪਰ ਉਸ ਤੋਂ ਬਾਅਦ ਅੱਜ ਤੋਂ 3 ਸਾਲ 2.5-3 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਜਦੋਂ ਰੈਫਰੈਂਡਮ ਕਰਾਇਆ ਗਿਆ ਕਿ ਲੋਕ ਜਿਹੜੇ ਹੈਗੇ ਆ ਯੂਰਪੀਅਨ ਯੂਨੀਅਨ ਦੇ ਵਿੱਚ ਰਹਿਣਾ ਚਾਹੁੰਦੇ ਆ ਕਿ ਨਹੀਂ ਰਹਿਣਾ ਚਾਹੁੰਦੇ। ਬੜਾ ਉਸ ਤੋਂ ਬਾਅਦ ਇੰਨਾ ਭਖਿਆ ਜੇ ਥੋੜ੍ਹਾ ਜਿਹਾ ਅਸੀਂ ਉਹਦੇ ਬਾਰੇ ਗੱਲ ਕਰ ਦਈਏ ਕਿ ਆਰਟੀਕਲ 50 ਜਿਹੜਾ ਕਿ ਮਾਰਚ 2017 ਨੂੰ 2.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉਸ ਨੂੰ ਟ੍ਰਿਗਰ ਕੀਤਾ ਨੂੰ ਕਿ ਅਸੀਂ ਯੂਰਪ ਤੋਂ ਬਾਹਰ ਨਿਕਲਣਾ ਹੈਗਾ। ਉਸ ਤੋਂ ਬਾਅਦ ਜਿਹੜਾ ਯੂਰਪ ਨੌਰਦਰਨ ਆਇਰਲੈਂਡ ਦਾ ਅਤੇ ਸਦਰਨ ਆਇਰਲੈਂਡ ਦੇ ਵਿਚਾਲੇ ਬਾਰਡਰ ਹੈਗਾ ਉਹਦਾ ਬੈਕ ਸਟਾਪ ਕੀ ਆ, ਉਸ ਤੋਂ ਬਾਅਦ ਬੈਨ ਐਕਟ ਕੀ ਆ, ਕੌਂਸੈਂਟ ਮੈਕੈਨਿਜ਼ਮ ਕੀ ਹੈਗਾ ਆ, ਅਤੇ ਕਸਟਮ ਪਲਾਨ ਕੀ ਆ, ਕਸਟਮ ਯੂਨੀਅਨ ਕੀ ਹੈਗੀ ਆ, ਡਿਵੋਰਸ ਬਿੱਲ ਕੀ ਹੈਗਾ ਆ। ਸੋ ਇਹ ਜਿਹੜੇ ਆਇਰਿਸ਼ ਬਾਰਡਰ ਦੇ ਬੜੇ ਭਖਵੇਂ ਜਿਹੜੇ ਮਾਮਲੇ ਆ ਉਹ ਬੜੇ ਲੰਮੇ ਸਮੇਂ ਤੋਂ ਇਹ ਭਖਦੇ ਆ ਰਹੇ ਆ, ਹਲੇ ਵੀ ਕੋਈ ਸਾਨੂੰ ਅੰਤ ਨਹੀਂ ਦਿਸਦਾ। ਆਓ ਉਸ ਵਿਸ਼ੇ ਉੱਤੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸਾਡੇ ਸਤਿਕਾਰਯੋਗ ਵੀਰ ਜੀ ਸਰਦੂਲ ਸਿੰਘ ਜੀ ਮਰਵਾਹਾ ਤੇ ਨਾਲ ਦੇ ਨਾਲ ਬਲਦੇਵ ਸਿੰਘ ਕੰਦੋਲਾ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਈ ਦਿਨਾਂ ਤੋਂ ਮਰਵਾਹਾ ਜੀ ਪਹਿਲਾਂ ਤਾਂ ਆਪਾਂ ਕਈ ਪ੍ਰੋਗਰਾਮ ਕਰ ਵੀ ਚੁੱਕੇ ਹੈਗੇ ਆ, ਇਹਦੇ ਬਾਰੇ ਬੜਾ ਲੰਮਾ ਸਮਾਂ ਅਸੀਂ ਇਸ ਨੂੰ ਘੋਖਦੇ ਰਹੇ ਹਾਂ। ਅਤੇ ਹੁਣ ਜਦੋਂ ਥਰੀਸਾ ਮਈ ਦੀ ਛੁੱਟੀ ਹੋਣ ਤੋਂ ਬਾਅਦ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣਿਆ ਤੇ ਬੜੀਆਂ ਆਸਾਂ ਸੀਗੀਆਂ। ਤੁਸੀਂ ਪਹਿਲਾਂ ਬੋਰਿਸ ਜੌਨਸਨ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ? ਬੋਰਿਸ ਜੌਨਸਨ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦਾ ਹੀ ਇੱਕ ਇਹ ਸੀ ਕਿਉਂਕਿ ਹੀ ਇਜ਼ ਅ ਬ੍ਰੈਕਸਟੀਅਰ, ਕਿਉਂਕਿ ਸਭ ਤੋਂ ਜ਼ਿਆਦਾ ਕੈਂਪੇਨ ਯੂਰਪ ਦੇ ਵਿੱਚੋਂ ਬਾਹਰ ਨਿਕਲਣ ਦੀ ਜੋ ਉਹਨੇ ਕੀਤੀ, ਜਿਹਦੇ ਵਿੱਚ ਬਹੁਤ ਸਾਰੇ ਹੁਣ ਬਾਅਦ ਦੇ ਵਿੱਚ ਪੇਸ਼ ਚੀਜ਼ਾਂ ਹੋਈਆਂ, ਜੇ ਝੂਠ ਵੀ ਬੋਲਿਆ ਗਿਆ, ਕਈ ਗੱਪਾਂ ਛੱਪਾਂ ਜਿਹੀਆਂ ਚੀਜ਼ਾਂ ਉਸ ਵੇਲੇ ਮਾਰੀਆਂ ਹੈਗੀਆਂ। ਉਹ ਬਣ ਤੋਂ ਬਾਅਦ ਥੀਰੇਜ਼ਾ ਮੇ ਹਲੇ ਕਿਉਂਕਿ ਰਿਮੇਨਰ ਸੀਗੀ, ਉਹਨੇ ਥੋੜ੍ਹਾ ਜਿਹਾ ਬਹੁਤਾ ਹੈ ਨਾ ਬਈ ਚਲੋ ਹੋ ਜਾਏਗਾ, ਆਹ ਹੋ ਜਾਏਗਾ, ਨਾਟ ਫੋਰਸਫੁਲ ਜੇ ਅਸੀਂ ਇਹ ਵਰਤ ਲਈਏ। ਅਤੇ ਉਹਦੇ ਜਾਣ ਤੋਂ ਬਾਅਦ ਜਿਹੜੇ ਮਤਲਬ ਉਹਨੂੰ ਵੀ ਫੋਰਸਫੁਲੀ ਮੇਰੇ ਖਿਆਲ ਕੱਢਿਆ ਗਿਆ ਹੈਗਾ। ਕੱਢਣ ਤੋਂ ਬਾਅਦ ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣ ਦਾ ਹੀ ਇੱਕ ਮੋਹਰੇ ਮੁੱਦਾ ਰੱਖਿਆ ਗਿਆ ਸੀਗਾ ਕਿ ਇਹ ਹੈਗਾ ਬ੍ਰੈਕਸਟੀਅਰ, ਇਹ ਯੂਰਪ 'ਚੋਂ ਬਾਹਰ ਨਿਕਲਣਾ ਚਾਹੁੰਦਾ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਬਾਹਰ ਕੱਢ ਲਏਗਾ। ਅਤੇ ਉਹਦੇ ਬਾਅਦ ਜਿਹੜੀ ਜਦੋਜਹਿਦ 'ਚ ਹੋਈ ਹੈ, ਜਿਹੜਾ ਇਹਨੇ ਡੀਲ ਉਹਨਾਂ ਨੇ ਕੀਤੀ ਹੈਗੀ ਆ, ਜਿਹੜੀ ਕਹਿੰਦੇ ਸੀ ਪਹਿਲੀ ਗੱਲ ਤਾਂ ਇਹ ਸੀ ਵੀ ਇਹ ਲੀਡਰ ਨਹੀਂ ਬਣ ਸਕਦਾ, ਇਹ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ। ਫਿਰ ਉਹ ਤੋਂ ਬਾਅਦ ਵੀ ਜੋ ਉਹਦੇ 'ਤੇ ਨੈਗੋਸ਼ੀਏਸ਼ਨ ਹੋਈਆਂ ਇਹ ਕਰਨ ਦੇ ਯੋਗ ਹੀ ਨਹੀਂ ਹੈ, ਕਈ ਕੁਛ ਹੋ ਗਿਆ। ਪਰ ਉਹ ਸਾਰੀਆਂ ਚੀਜ਼ਾਂ ਸਾਰੀਆਂ ਉਹ ਉਲਟ ਹੋ ਕੇ ਉਹ ਸਿੱਧ ਹੋ ਗਈਆਂ ਵੀ ਇਹ ਲੀਡਰ ਵੀ ਬਣ ਗਿਆ, ਪ੍ਰਾਈਮ ਮਿਨਿਸਟਰ ਵੀ ਬਣ ਗਿਆ। ਔਰ ਡੀਲ ਜਿਹੜੀ ਨਹੀਂ ਸੀ ਹੋ ਸਕਦੀ ਉਹਨੇ ਮਤਲਬ ਆਪਣੇ ਹਿਸਾਬ ਨਾਲ ਕੀਤੀ ਆ। ਉਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਉਹ ਥੋੜ੍ਹੀ ਅੱਗੇ ਜਾ ਕੇ ਗੱਲ ਕਰਾਂਗੇ। ਮੇਰੇ ਖਿਆਲ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਟੱਚ ਕੀਤਾ ਹੈਗਾ ਕਿ ਥਰੀਸਾ ਦੇਖੋ ਹਰੇਕ ਬੰਦੇ ਦੇ ਆਪਣੇ ਉਹਨੂੰ ਚੁਣੌਤੀਆਂ ਹੁੰਦੀਆਂ, ਚੈਲੰਜ ਹੁੰਦੇ ਆ। ਵੀ ਥਰੀਸਾ ਮਈ ਨੂੰ ਚੈਲੰਜ ਆਇਆ ਸੀ, ਇਲੈਕਸ਼ਨ ਕਰਾਉਣੀ ਪਈ, ਉਹਦੇ ਵਿੱਚ ਇਲੈਕਸ਼ਨ ਦੇ ਵਿੱਚ ਟੋਰੀ ਪਾਰਟੀ ਨੂੰ ਉਹ ਜਿਹੜੀ ਬਹੁਮਤ ਨਹੀਂ ਮਿਲ ਸਕੀ। ਪਰ ਬਲਦੇਵ ਜੀ ਇਹ ਵੀ ਸੋਚਿਆ ਜਾ ਰਿਹਾ ਸੀ ਕਿ ਜਦੋਂ ਇਹਨੇ ਪ੍ਰਧਾਨ ਮੰਤਰੀ ਬਣਿਆ ਬੋਰਿਸ ਜੌਨਸਨ, ਇਹਨੇ ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ, ਇਹ ਸੋਚਿਆ ਜਾ ਰਿਹਾ ਸੀ ਕਿ ਆਸਰਾਈਆਂ ਹੋ ਰਹੀਆਂ ਸੀ ਕਿ ਥੋੜ੍ਹੇ ਦਿਨਾਂ ਦਾ ਮਹਿਮਾਨ ਹੋਵੇਗਾ। ਅਤੇ ਹੁਣ ਤੁਹਾਨੂੰ ਕੀ ਲੱਗਦਾ? ਮੈਨੂੰ ਹਜੇ ਵੀ ਥੋੜ੍ਹਾ ਜਿਹਾ ਕੁਛ ਚਿਰ ਦਾ ਹੀ ਮਹਿਮਾਨ ਲੱਗਦਾ। ਦੇਖੋ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀ ਟੋਰੀ ਪਾਰਟੀ ਆ ਉਹਦੇ ਵਿੱਚ 2 ਜ਼ਬਰਦਸਤ ਧੜੇ ਆ, ਔਰ ਇੱਕ ਧੜਾ ਹੈਗਾ ਜਿਹਦਾ ਕਿ ਲੀਡਰ ਇਹ ਜੌਨਸਨ ਬਣਿਆ, ਜਿਹਨੂੰ ਕਿ ERG ਯੂਰਪੀਅਨ ਰਿਸਰਚ ਗਰੁੱਪ ਉਹ ਆਪਣੇ ਆਪ ਨੂੰ ਕਹਿੰਦੇ ਆ। ਉਹ ਹੈਗੇ ਆ ਐਕਸਟ੍ਰੀਮ ਰਾਈਟ ਵਿੰਗ ਦੇ ਬੰਦੇ। ਥਰੀਜ਼ਾ ਮੇ ਨੇ ਜਿਹੜਾ ਡੀਲ ਕੀਤਾ ਸੀਗਾ ਉਹਦੇ ਵਿੱਚ ਕੋਈ ਖਰਾਬੀ ਨਹੀਂ ਸੀ ਇੰਨੀ ਵੱਡੀ, ਔਰ ਇਹਨਾਂ ਨੇ ਉਸ ਡੀਲ ਦੀ ਤੇ ਥਰੀਜ਼ਾ ਮੇ ਦੀ ਪੇਸ਼ ਨਹੀਂ ਜਾਣ ਦਿੱਤੀ ਕਿਉਂਕਿ ਇਹ ਧੜਾ ਟੋਰੀ ਪਾਰਟੀ ਦੇ ਵਿੱਚ ਬਹੁਤ ਤਾਕਤਵਰ ਸੀਗਾ। ਔਰ ਇਹ ਚਾਹੁੰਦੇ ਸੀਗੇ ਕਿ ਕਿਸੇ ਨਾ ਕਿਸ ਤਰ੍ਹਾਂ ਸਾਡਾ ਗਲਬਾ ਜਿਹੜਾ ਉਹ ਹੋ ਜਾਵੇ, ਬਜਾਏ ਇਹਦੇ ਕਿ ਇਹ ਥਰੀਸਾ ਮੇ ਇਹਦੇ ਵਿੱਚ ਰਹੇ। ਹੁਣ ਜਿਹੜਾ ਇਹਨੇ ਡੀਲ ਕੀਤਾ ਹੈਗਾ ਯੂਰਪੀਅਨ ਯੂਨੀਅਨ ਦੇ ਨਾਲ, ਤੇ ਜੋ ਡੀਲ ਮਿਸਿਸ ਮੇ ਨੇ ਕੀਤਾ ਸੀਗਾ ਉਹਦੇ ਵਿੱਚ ਬਹੁਤਾ ਫਰਕ ਨਹੀਂ ਹੈਗਾ। ਉਹ ਕੀ ਕਹਿੰਦੇ ਹੁੰਦੇ 19-21 ਦਾ ਫਰਕ ਆ। ਲੇਕਿਨ ਇਹਦਾ ਧੜਾ ਜਿਹੜਾ ਆ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਦੇਖੋ ਤੁਹਾਨੂੰ ਅਸੀਂ ਉਹ ਨਵਾਂ ਡੀਲ ਕਰਕੇ ਦਿਖਾਤਾ ਹੈਗਾ, ਬੜੀ ਜੀ ਮੱਲਾਂ ਮਾਰੀਆਂ ਹੈਗੀਆਂ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਹੁਣ ਬਾਹਰ ਆ ਰਹੀ ਹੈਗੀ ਆ। ਠੀਕ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਬੇਨਤੀ ਕਰਾਂਗਾ ਕਿ ਆਪਾਂ ਜਿਹੜੇ ਆਪਣੇ ਵਿਚਾਰ ਹੈਗੇ ਥੋੜ੍ਹਾ ਆਪਾਂ ਸ਼ੋਰਟ ਸੰਖੇਪ ਰੱਖੀ, ਕਿਉਂਕਿ ਸਾਡੇ ਕੋਲ ਵਿਸ਼ੇ ਇੰਨੇ ਹੈਗੇ ਕਿ
ਸਾਡੀ ਕੋਸ਼ਿਸ਼ ਹੈ ਕਿ ਦਰਸ਼ਕਾਂ ਨੂੰ ਜੋ ਸਾਰੀ ਕਹਾਣੀ ਹੈਗੀ ਆ ਸ਼ੁਰੂ ਤੋਂ ਲੈ ਕੇ ਉਹ ਹੁਣ ਤੱਕ ਸਟੈਪ ਬਾਈ ਸਟੈਪ ਦੱਸੀ ਜਾ ਸਕੇ, ਕਦਮ ਦਰ ਕਦਮ। ਤੁਹਾਡੇ ਖਿਆਲ ਬਰਵਾਹਾ ਜੀ ਕਿ ਜਿਹੜੀ ਥਰੀਸਾ ਮੇਈ ਨੂੰ ਜਿਹੜੀਆਂ ਚੁਣੌਤੀਆਂ ਆਈਆਂ, ਉਹ 3 ਵਾਰੀ ਉਹ ਇਹ ਡੀਲ ਲੈ ਕੇ ਆਈ ਆ, ਉਹਨੂੰ ਪਾਰਲੀਮੈਂਟ ਵਿੱਚ ਹਾਰ ਹੋਈ ਆ, ਉਹ ਇੱਕ ਵੇਲੇ ਤਾਂ ਸਪੀਕਰ ਨੂੰ ਆਪਣੀ ਨਿੱਜੀ ਵੋਟ ਪਾ ਕੇ ਉਸ ਮਤੇ ਨੂੰ ਫੇਲ ਕਰਨਾ ਪਿਆ। ਸਭ ਤੋਂ ਜ਼ਿਆਦਾ ਜਿਹੜਾ ਅਸੀਂ ਪਹਿਲਾਂ ਵੀ ਵਿਚਾਰਾਂ ਕਰ ਚੁੱਕੀਆਂ ਕਿ ਜਿਹੜਾ ਇੱਕ ਬੈਕਸਟਾਪ ਜਿਹੜਾ ਕਿ ਬਾਰਡਰ ਹੈਗਾ ਨਾਰਦਰਨ ਆਇਰਲੈਂਡ ਦਾ ਤੇ ਸਦਰਨ ਆਇਰਲੈਂਡ ਦਾ, ਇੱਕ ਫਾਨੇ ਵਾਂਗ ਇਸ ਡੀਲ ਦੇ ਵਿੱਚ ਠੁਕਿਆ ਪਿਆ ਹੈਗਾ। ਤੁਸੀਂ ਬਰਵਾਹਾ ਜੀ ਪਹਿਲਾਂ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਸੰਖੇਪ ਦੇ ਵਿੱਚ ਉਹਦੇ ਬਾਰੇ ਦੱਸੋ, ਕੀ ਚੀਜ਼ ਹੈ ਉਹ, ਕੀ ਪ੍ਰੋਬਲਮ ਹੈ? ਹਾਂਜੀ, ਉਹ ਜਿਹੜਾ ਬਾਰਡਰ ਸੀਗਾ ਨਾ, ਤੁਹਾਨੂੰ ਯਾਦ ਹੋਗਾ ਟੋਨੀ ਬਲੇਅਰ ਦੇ ਸਮੇਂ ਦੇ ਉੱਤੇ ਗੁੱਡ ਫਰਾਈਡੇ ਐਗਰੀਮੈਂਟ ਸੀਗਾ। ਉਹ ਐਗਰੀਮੈਂਟ ਇਹੀ ਸੀ ਵੀ ਜੋ ਬੰਬਾਰਮੈਂਟ ਹੁੰਦੀ ਕਿੰਨੇ ਸਾਲਾਂ ਤੋਂ ਚੱਲੀ ਜਾਂਦੀ IRA ਦਾ ਵਗੈਰਾ ਵਗੈਰਾ, ਉਹ ਡੀਲ ਇਹ ਕੀਤਾ ਸੀ ਫੈਸਲਾ ਵੀ ਮਤਲਬ ਇੱਥੇ ਜਿਹੜਾ ਬਾਰਡਰ ਹੈ ਉਹ ਚੱਕਿਆ ਜਾਵੇ। ਉਹ ਹੁਣ ਜਿਹਨੂੰ ਬੈਕਸਟਾਪ ਇਹ ਕਹਿੰਦੇ ਹੈਗੇ ਕਿਉਂਕਿ ਜਿਹੜੀ ਨਾਰਦਰਨ ਆਇਰਲੈਂਡ ਆ ਉਹ UK ਦਾ ਪਾਰਟ ਹੈ ਜੀ, ਸਦਰਨ ਆਇਰਲੈਂਡ ਜਿਹੜੀ ਆ ਉਹ ਹੈਗੇ ਆ ਯੂਰੋਪੀਅਨ ਯੂਨੀਅਨ ਦੇ ਵਿੱਚ, ਉਹਨਾਂ ਦੇ ਮੈਂਬਰ ਆ ਉਹ, 27ਵਾਂ ਮੈਂਬਰ ਆ ਉਹ। ਹੁਣ ਕਿਉਂਕਿ ਯੂਰੋਪੀਅਨ ਯੂਨੀਅਨ ਨੇ ਆਪਣੇ ਮੈਂਬਰ ਦੀ ਖਿਆਲ ਰੱਖਣਾ ਤੇ ਬ੍ਰਿਟਨ ਨੇ ਨਾਰਦਰਨ ਆਇਰਲੈਂਡ ਦਾ ਖਿਆਲ ਰੱਖਣਾ। ਹੁਣ ਡਰ ਇਹ ਸੀ ਜਿਹਨੂੰ ਬੈਕਸਟਾਪ ਇਹ ਕਹਿੰਦੇ ਹੈਗੇ ਵੀ ਜਿਹੜੀ ਉਹ ਲਾਈਨ ਹੈ ਨਾ ਵੀ ਉਹ ਬਾਰਡਰ ਮੁੜ ਕੇ ਉਹੋ ਜਿਹਾ ਹੋ ਜਾਣਾ ਹਾਰਡ ਬਾਰਡਰ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਦੇਖ ਕੇ ਦਿਖਾ ਕੇ ਲੰਘੀਆਂ ਜਾਣਗੀਆਂ, ਕਿਉਂਕਿ ਬਾਰਡਰ ਉਹ ਯੂਰੋਪੀਅਨ ਯੂਨੀਅਨ ਤੇ ਬਿਟਵੀਨ UK ਦਾ ਹੋ ਗਿਆ। ਉਹ ਚੀਜ਼ ਨੂੰ ਬੈਕ ਸਟਾਪ ਦਾ ਜਿਹੜਾ ਸੀਗਾ, ਤੇ ਕਿਉਂਕਿ ਨਾਰਦਰਨ ਆਇਰਲੈਂਡ ਐਂਡ ਸਦਰਨ ਆਇਰਲੈਂਡ ਦੋਨੋਂ ਜਾਣੇ ਉਹ ਨਹੀਂ ਚਾਹੁੰਦੇ, ਕਿਉਂਕਿ ਅਲਟੀਮੇਟਲੀ ਇਹਦੇ ਵਿੱਚ ਮੈਂ ਮਾੜੀ ਜਿਹੀ ਦੱਸ, ਮੈਂ ਬ੍ਰੈਕਟ ਦੇ ਵਿੱਚ ਅਲਟੀਮੇਟਲੀ ਉਹ ਯੂਨਾਈਟਿਡ ਆਇਰਲੈਂਡ ਚਾਹੁੰਦੇ ਆ ਜੀ। ਕਦੋਂ ਬਣੇਗਾ ਕੀ ਹੈ ਉਹ ਵੱਖਰੀ ਗੱਲ ਹੈ, ਪਰ ਉਹਦਾ ਜਿਹੜਾ ਏਜੰਡਾ, ਉਹਦਾ ਬੈਕ ਦੇ ਏਜੰਡਾ ਉਹ ਹੈਗਾ ਇਹ। ਸੋ ਇਹ ਚੀਜ਼ ਨੂੰ ਦੇਖਦਿਆਂ ਹੋਇਆਂ ਹੁਣ ਉਹੀ ਚੀਜ਼ ਜਿਹੜੀ ਹੈਗੀ ਆ ਵੀ ਜਿਹੜਾ ਬੈਕ ਸਟਾਪ ਸੀਗਾ, ਇਹਨੇ ਮਤਲਬ ਉਹਨੂੰ ਕਹਿੰਦਾ ਜੀ ਕੋਈ ਹਾਰਡ ਬਾਰਡਰ ਨਹੀਂ ਹੋਏਗਾ, ਅਸੀਂ ਇੱਦਾਂ ਨਹੀਂ ਵੀ ਅਸੀਂ ਕੋਈ ਤਰੀਕੇ ਦੇ ਨਾਲ ਮੈਕੈਨਿਜ਼ਮ ਨੂੰ ਚੈੱਕ ਕਰ ਲਵਾਂਗੇ। ਬਾਰਡਰ ਜਿਹੜਾ ਉਹ ਸਮੁੰਦਰ ਦੇ ਵਿੱਚ ਲੈ ਜਾਂਦਾ, ਜਿਹੜਾ ਹੋ ਨਹੀਂ ਸਕਦਾ। ਮੇਰੇ ਖਿਆਲ ਦੇ ਵਿੱਚ ਇਹ ਜਿਹੜੇ ਦੋ ਹੀ ਹਿੱਸੇ ਕਹਿ ਸਕਦੇ ਆ ਪਾਰਲੀਮੈਂਟ ਦੇ ਬਾਅਦ ਵਿੱਚ ਬਣ ਗਏ ਹੈਗੇ ਆ, ਉਹਨਾਂ ਨੇ ਜਿਹੜੇ ਲੋਕ ਤਾਂ ਸਦੀਆਂ ਤੋਂ ਰਹਿ ਰਹੇ ਹੈਗੇ ਆ, ਉਹਨਾਂ ਦੀ ਚੇਤੇ ਵੀ ਹੋਣਾ ਕਿ ਜਿਹੜਾ ਸਾਡਾ ਬਾਰਡਰ ਆ ਇਹ ਪੱਕਾ ਹਾਰਡ ਬਾਰਡਰ ਬਣ ਸਕਦਾ ਕਿ ਨਹੀਂ ਬਣ ਸਕਦਾ। ਉਹ ਤੁਸੀਂ ਦੱਸੋ ਬਲਦੇਵ ਜੀ ਕਿ ਹੁਣ ਜਿਹੜੀ ਸਮੱਸਿਆ ਹੈਗੀ ਆ, ਸਾਨੂੰ ਬੜੀ ਉਮੀਦ ਸੀ ਕਿ ਪਹਿਲਾਂ 29 ਮਾਰਚ ਦਿਨ ਰੱਖਿਆ ਗਿਆ ਸੀ ਇਸ ਤੋੜ ਵਿਛੋੜੇ ਦਾ, ਤੇ ਉਸ ਤੋਂ ਬਾਅਦ ਜਿਹੜੀ ਐਕਸਟੈਂਸ਼ਨ ਲੈ ਗਈ, ਥਰੀਸਾ ਮੇ ਤੋਂ ਗੱਲ ਨਹੀਂ ਬਣ ਸਕੀ, ਬੜੇ ਮਾਮਲੇ ਭੱਕ ਹੈ ਬਿਹਾਈਂਡ ਦਾ ਸਕਰੀਨ। ਉਸ ਤੋਂ ਬਾਅਦ ਹੁਣ ਜਿਹੜਾ ਪਿਛਲੇ ਸ਼ਨੀਵਾਰ ਨੂੰ 37 ਸਾਲ ਬਾਅਦ ਜਿਹੜੀ ਬਰਤਾਨਵੀ ਪਾਰਲੀਮੈਂਟ ਹੈ ਉਹ ਪਹਿਲੀ ਵਾਰ ਬੈਠੀ ਆ ਸ਼ਨੀਵਾਰ ਵਾਲੇ ਦਿਨ ਕਿ 1982 ਤੋਂ ਬਾਅਦ, ਤੇ ਉਸ ਇਹਦੇ ਵਿੱਚ ਜਿਹੜੀ ਉਹ VOTING ਹੋਈ ਆ ਜਾਂ ਜਿਹੜੀ ਉਸ ਦਿਨ ਦੀ ਕਾਰਵਾਈ ਸੀ 19 ਤਰੀਕ ਦੀ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜੋ ਬੋਰਿਸ ਜੌਨਸਨ ਕਿਹੜੀਆਂ ਗੱਲਾਂ ਤੇ ਫੇਲ ਹੋਇਆ ਜਾਂ ਉਸ ਦੀ ਕਾਰਵਾਈ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਉਹਦੇ 'ਚ ਓਬਵੀਅਸਲੀ ਜੋ ਬੋਰਿਸ ਜੌਨਸਨ ਨਵਾਂ ਡੀਲ ਜਿਹਨੂੰ ਉਹ ਨਵਾਂ ਕਹਿੰਦਾ ਆ, ਉਹ ਨਵਾਂ ਹੈ ਨਹੀਂ, ਉਹ ਡੀਲ ਉਹ ਪਾਸ ਕਰਾਉਣਾ ਚਾਹੁੰਦਾ ਸੀ ਪਾਰਲੀਮੈਂਟ ਤੋਂ, ਠੀਕ ਆ, ਕਿ ਜਿਹੜਾ ਕਿ ਇਹਨਾਂ ਨੇ ਥਰੀਜ਼ਾ ਮੇ ਦਾ ਡੀਲ ਜਿਹੜਾ ਸੀ ਪਾਸ ਨਹੀਂ ਸੀ ਹੋਣ ਦਿੱਤਾ। ਲੇਕਿਨ ਜਿਹੜੀਆਂ ਓਪੋਜੀਸ਼ਨ ਪਾਰਟੀ ਸੀਗੀਆਂ, ਲੇਬਰ ਪਾਰਟੀ ਹੈਗੀ ਜਾਂ ਟੋਰੀ ਨਾ ਉਹ ਹੈਗੇ ਆ, ਸਕੌਟਿਸ਼ ਵਾਲੇ ਹੈਗੇ ਆ, ਤੇ ਜਿਹੜੇ ਲਿਬਰਲ ਡੈਮੋਕਰੇਟ ਹੈਗੇ ਆ, ਉਹ ਨਹੀਂ ਚਾਹੁੰਦੇ ਕਿ ਇਹਦਾ ਜਿਹੜਾ ਬਿੱਲ ਆ ਇਹ ਕਿਸੇ ਨਾ ਕਿਸ ਤਰ੍ਹਾਂ ਪਾਸ ਕੀਤਾ ਜਾਵੇ। ਔਰ ਉਹਦੇ ਨਾਲ ਤੁਹਾਨੂੰ ਪਤਾ ਹੋਊਗਾ ਕਿ ਜਿਹਨੂੰ ਬੈਨ ਐਕਟ ਦੇ ਨਾਂ ਦੇ ਥੱਲੇ ਜਾਣਿਆ ਜਾਂਦਾ, ਉਹਨਾਂ ਨੂੰ ਸ਼ੱਕ ਇਹ ਸੀ ਕਿ ਬੋਰਿਸ ਜੌਨਸਨ ਦਾ ਜ਼ੋਰ ਲੱਗਾ ਪਿਆ ਪਵੇ ਮੈਂ ਇਸ ਮਹੀਨੇ ਦੇ ਆਖਰੀ ਤੇ ਨਿਕਲਣਾ ਤਾਂ ਹੈਗਾ ਹੀ ਆ, ਜੇ ਡੀਲ ਹੋ ਗਿਆ ਤਾਂ ਖਰੀ ਬਾਵਾ ਆ, ਨਹੀਂ ਤਾਂ ਮੈਂ ਕਹਿ ਦੇਣਾ ਵੀ ਨੋ ਡੀਲ, ਅਸੀਂ ਚੱਲੇ ਆ। ਔਰ ਜਿਹੜੇ ਆਪੋਜੀਸ਼ਨ ਦੇ ਬੰਦੇ ਸੀਗੇ ਉਹ ਕਹਿੰਦੇ ਕਿ ਬਈ ਨੋ ਡੀਲ ਦੇ ਨਾਲ ਤੂੰ ਨਹੀਂ ਜਾ ਸਕਦਾ, ਤੇ ਉਹ ਜਿਹੜਾ ਡਨ ਲਾਇਆ ਸੀ ਇਹਨੂੰ ਬੋਰਿਸ ਜੌਨਸਨ ਨੂੰ ਕਿ ਨੋ ਡੀਲ ਦੇ ਨਾਲ ਤੂੰ ਬਾਹਰ ਨਹੀਂ ਨਿਕਲ ਸਕਦਾ, ਉਹ ਬੈਨ ਐਕਟ ਜਿਹਨੂੰ ਕਹਿੰਦੇ ਨਾ ਉਹਦੇ ਥੱਲੇ ਲਾਇਆ ਸੀ। ਉਹਦੇ ਕਰਕੇ ਉਹ ਮੀਟਿੰਗ ਹੋਈ ਸੀ, ਪਾਰਲੀਮੈਂਟ ਬੈਠੀ ਸੀ ਸ਼ਨੀਵਾਰ ਨੂੰ ਕਿ ਇਹ ਪਾਸ ਕਰਾਉਣਾ ਚਾਹੁੰਦਾ ਸੀ, ਤੇ ਲੇਕਿਨ ਉਹ ਨਹੀਂ ਸੀ ਹੋਣਾ ਚਾਹੁੰਦੇ। ਉਹ ਬੈਨ ਐਕਟ ਜਿਹੜਾ ਸੀਗਾ ਉਹਨੂੰ ਫਿਰ ਟ੍ਰਿਗਰ ਕੀਤਾ ਗਿਆ ਕਿ ਇਹਨੂੰ ਸਟਾਪ ਕਰਨ ਦੇ ਲਈ। ਉਹਦੇ 'ਚ ਇਹੀ ਹੁੰਦਾ ਹੈਗਾ ਵੀ ਲਾਅ ਕੋਈ ਵੀ ਹੋਵੇ ਉਹ ਆਟੋਮੈਟਿਕਲੀ ਲਾਅ ਇਨਫੋਰਸ ਨਹੀਂ ਹੁੰਦਾ ਹੈਗਾ। ਸੋ ਇਸ ਲਈ ਟੋਰੀਆਂ ਦਾ ਇੱਕ MP ਹੈਗਾ ਲੈਟਵਿਨ ਜੀ, ਹਾਂਜੀ, ਉਸ ਨੇ ਅਮੈਂਡਮੈਂਟ ਪੇਸ਼ ਕਰ ਦਿੱਤੀ
ਇਹ ਸੀ ਜਿਹੜੀ ਇਹਦਾ ਡੀਲ ਸੀਗੀ ਨਾ ਬਿੱਲ ਜਿਹੜਾ ਬਿੱਲ ਉਹ ਲੈ ਕੇ ਆ ਰਿਹਾ ਸੀ ਉਹਦੇ ਤੇ ਉਹਨੇ ਅਮੈਂਡਮੈਂਟ ਪੇਸ਼ ਕਰ ਦਿੱਤੀ ਤੇ ਕਿਉਂਕਿ ਜਦੋਂ ਕੋਈ ਵੀ ਰੈਜ਼ੋਲੂਸ਼ਨ ਜਾਂ ਬਿੱਲ ਆਉਂਦਾ ਹੈਗਾ ਉਹਦੀ ਅਮੈਂਡਮੈਂਟ ਜਿਹੜੀ ਉਹ ਪਹਿਲਾਂ ਪਾਸ ਕੀਤੀ ਜਾਂਦੀ ਹੈ ਉਹ ਤੇ ਡਿਸਕਸ਼ਨ ਹੁੰਦੀ ਹੈ ਸੋ ਉਹ ਜਿਹੜੀ ਬੈਨ ਐਕਟ ਨੂੰ ਟ੍ਰਿਗਰ ਕਰਨ ਦੇ ਲਈ ਉਹਨੇ ਜਿਹੜੀ ਆਪਣੇ ਅਮੈਂਡਮੈਂਟ ਲੈਣ ਦੀ ਅਮੈਂਡਮੈਂਟ ਦੇ ਉੱਤੇ ਜਦੋਂ ਡਿਸਕਸ਼ਨ ਸ਼ੁਰੂ ਹੋ ਗਈ ਅਮੈਂਡਮੈਂਟ ਜਦੋਂ ਪਾਸ ਹੋ ਗਈ ਦੈਟ ਮੀਨਸ ਉਹ ਜਿਹੜਾ ਉਹਦਾ ਬਿੱਲ ਆ ਜਿਹੜੀ ਅਮੈਂਡਮੈਂਟ ਆ ਉਹ ਸਬਸਟੈਂਸ਼ੀਅਲ ਮੋਸ਼ਨ ਤਾਂ ਬਣੀ ਉਹ ਵੀ ਉਹ ਬਿੱਲ ਦੇ ਨਾਲ ਅਟੈਚ ਹੋ ਗਈ ਤੇ ਉਹਦੇ 'ਚ ਇਹ ਸੀਗਾ ਵੀ ਉਹਨੂੰ ਫੋਰਸ ਕਰ ਦਿੱਤਾ ਕਿ ਤੂੰ 31 ਤਰੀਕ ਤੇ ਜੇ ਤੇਰਾ ਆਹ ਕੁਛ ਨਾ ਹੋਇਆ ਯੂ ਹੈਵ ਟੂ ਰਾਈਟ ਟੂ ਦੀ EU ਫॉर ਐਨ ਐਕਸਟੈਂਸ਼ਨ ਉਹ ਅਮੈਂਡਮੈਂਟ ਕੀ ਸੀਗੇ ਉਹ ਸਵਾਲ ਆ ਉਹ ਇਹ ਸੀਗੇ ਕਿ ਬਈ ਅਸੀਂ ਇਹ ਜਿਹੜਾ ਐਗਰੀਮੈਂਟ ਆ ਪਾਰਲੀਮੈਂਟ ਦੇ ਵਿੱਚ ਉਹਨਾਂ ਚਿਰ ਡਿਸਕਸ ਨਹੀਂ ਕਰ ਸਕਦੇ ਜਿੰਨਾ ਚਿਰ ਇਹ ਹਾਊਸ ਆਫ ਕਾਮਨਸ ਤੋਂ ਤੇ ਹਾਊਸ ਆਫ ਲਾਰਡਸ ਦੇ ਵਿੱਚੋਂ ਪਾਸ ਨਹੀਂ ਹੋ ਜਾਂਦਾ। ਅੱਛਾ ਇਹ ਦੇਖੋ ਜੇ 16 ਵੋਟਾਂ 322 ਦੇ ਖਿਲਾਫ 306 ਵੋਟਾਂ ਹੋਈਆਂ 16 ਦਾ ਫਰਕ ਸੀਗਾ ਔਰ ਅਗਰ ਉਹ ਵੋਟਾਂ 16 ਜਾਂ 8 ਜਾਂ 9 ਇਹਨੂੰ ਪੈ ਜਾਂਦੀਆਂ ਤੇ ਦੂਜੇ ਪਾਸੇ 8 ਰਹਿ ਜਾਂਦੀਆਂ ਜੇ ਸ਼ਾਇਦ ਉਹ ਪਾਸ ਹੋ ਜਾਂਦਾ ਫਿਰ ਸਥਿਤੀ ਕੀ ਹੋਣੀ ਚਾਹੀਦੀ ਸੀ ਤੁਹਾਡੇ ਖਿਆਲ ਨਹੀਂ ਫਿਰ ਹੈਗਾ ਕਿਉਂਕਿ ਜਿਹੜਾ ਬਿੱਲ ਆ ਨਾ ਇਹ ਫਿਰ ਮਤਲਬ ਐਜ਼ ਇਹਦੀ ਜਿਹੜੀ ਪਹਿਲੀ ਸਟੇਜ ਸੀਗੀ ਉਹ ਪਾਸ ਹੋਣ ਤੋਂ ਫਿਰ ਪੜ੍ਹੀ ਜਾਣੀ ਸੀ ਉਹ ਪੜ੍ਹੀ ਜਾਣੀ ਸੀ ਫਿਰ ਕਮੇਟੀ ਲੈਵਲ ਤੇ ਆਉਣਾ ਕਮੇਟੀ ਲੈਵਲ ਤੋਂ ਜਾ ਕੇ ਹਾਊਸ ਆਫ ਲਾਰਡ ਦੇ ਵਿੱਚ ਹਾਊਸ ਆਫ ਲਾਰਡ ਦੇ ਵਿੱਚ ਮੁੜ ਕੇ ਆ ਕੇ ਫਿਰ ਕਿਉਂਕਿ ਜਿੰਨੀ ਦੇਰ ਲਾਅ ਨਹੀਂ ਬਣਦਾ ਉਨੀ ਦੇਰ ਪਾਸ ਨਹੀਂ ਸੀ ਹੋਣਾ ਫਿਰ ਉਹ ਸਿਚੁਏਸ਼ਨ ਸ਼ੁਰੂ ਹੋਣੀ ਸੀ ਉਹਦੀ ਰੁਕਾਵਟ ਜਿਹੜੀ ਪਹਿਲੀ ਅਮੈਂਡਮੈਂਟ ਜਿੱਦਾਂ ਬਲਦੇਵ ਹੁਣਾਂ ਨੇ ਕਿਹਾ ਉਹਦੇ ਨਾਲ ਉਹ ਉੱਥੇ ਪੈ ਗਈ ਤੇ ਸੈਟਰਡੇ ਭਮਾ ਉਹ ਗਏ ਵਿਚਾਰੇ ਉਹ 6-7 ਵਜੇ ਘਰ ਨੂੰ ਸਾਰਿਆਂ ਨੂੰ ਮੋੜ ਦਿੱਤਾ ਔਰ ਬਰਵਾਸ ਸਾਹਿਬ ਉਹ ਵੀ ਜੇ ਇਹ ਉਹ ਜਿੱਤ ਵੀ ਜਾਂਦਾ ਨਾ ਉਹਦੇ ਵਿੱਚ ਜੇ ਅਮੈਂਡਮੈਂਟ ਨਾ ਵੀ ਹੁੰਦੀ ਤੇ ਬਹੁਤੀ ਦੂਰ ਤੱਕ ਇਹ ਗੱਲ ਫੇਰ ਵੀ ਨਹੀਂ ਸੀ ਪਹੁੰਚਣੀ ਕਿਉਂਕਿ ਲੇਬਰ ਪਾਰਟੀ ਵਾਲੇ ਕਹਿੰਦੇ ਆ ਕਿ ਉਹ ਜੇ ਡਿਸਕਸ਼ਨ ਜਿਹੜਾ ਪਾਸ ਹੋ ਵੀ ਜਾਂਦਾ ਤੇ ਇਹਨਾਂ ਨੇ ਅੱਗੇ ਜਾ ਕੇ ਅਮੈਂਡਮੈਂਟ ਪਾਉਣੀ ਸੀ ਕਿ ਬਈ ਅਸੀਂ ਤੇਰਾ ਜਿਹੜਾ ਐਗਰੀਮੈਂਟ ਆ ਉਹਦੇ ਨਾਲ ਸਹਿਮਤ ਆ ਪ੍ਰੋਵਾਈਡਡ ਕਿ ਤੂੰ ਇਹਦੇ ਨਾਲ ਇਹ ਕਰ ਕਿ ਅਸੀਂ ਸੈਕੰਡ ਰੈਫਰੈਂਡਮ ਹੋਊਗਾ। ਅੱਛਾ ਉਹਦੇ ਨਾਲ ਆਪਾਂ ਉਹਨਾਂ ਨੂੰ ਬੜੀ ਆਸ ਸੀ ਬੋਰਿਸ ਜੌਨਸਨ ਦੀ ਕੋਈ ਗੱਲ ਨਹੀਂ ਇਹ ਤਾਂ ਮਾਮੂਲੀ ਜਿਹੀ ਗੱਲ ਹੈਗੀ ਆ ਕਿ ਸੋਮਵਾਰ ਨੂੰ ਮੈਂ ਫਿਰ ਤਿਆਰੀ ਕਰਕੇ ਆਊਂਗਾ ਫਿਰ ਮੈਂ ਪੱਟਾਂ ਤੇਲ ਲਾ ਕੇ ਆਊਂਗਾ ਫਿਰ ਮੈਂ ਦੇਖੂੰਗਾ ਕਿੱਧਰ ਨੂੰ ਦੌੜਦੇ ਹੈਗੇ ਆ ਤੇ ਸੋਮਵਾਰ ਨੂੰ ਜਿਹੜੀ ਕਾਰਵਾਈ ਹੁੰਦੀ ਹੈਗੀ ਆ ਫਿਰ ਉਹਦੇ ਤੋਂ ਬਾਅਦ ਕੀ ਮਾਹੌਲ ਬਦਲਿਆ ਬਰੋਹਾ ਜੀ ਉਹ ਜਦੋਂ ਆਈ ਜੀ ਹੈ ਨਾ ਜਦੋਂ ਉਹ ਲੈ ਕੇ ਆਇਆ ਨਾ ਬਿੱਲ ਵੀ ਹਾਂਜੀ ਵੀ ਬਿੱਲ ਮੁੜ ਕੇ ਤੇ ਉਸ ਵੇਲੇ ਜਿਹੜਾ ਸਪੀਕਰ ਹੈ ਉਹਨੂੰ ਬੰਦ ਕਰ ਦਿੱਤਾ ਮਤਲਬ ਮਿਸਟਰ ਬਰਕੋ ਨੇ ਕਹਿਤਾ ਵੀ ਤੂੰ ਨਹੀਂ ਲਿਆ ਸਕਦਾ ਬਿਕੋਜ਼ ਅੱਛਾ ਬਰਕੋ ਦਾ ਵੀ ਥੋੜਾ ਜਿਹਾ ਸਟੈਂਡ ਆ ਉਹ ਬੜਾ ਸਖਤ ਲੱਗਦਾ ਉਹਦੇ ਖਿਲਾਫ ਮੇਰੇ ਖਿਆਲ ਉਹਦੇ ਕਿਉਂਕਿ ਹੀ ਇਜ਼ ਅ ਰਿਮੇਨਰ ਇਨ ਐਕਚੁਅਲ ਫੈਕਟ ਇਨਵਰਟਡ ਕਾਮਰਸ ਅੱਛਾ ਉਹ ਹੈਗਾ ਵੀ ਉਹ ਕਿਸੇ ਨਾ ਕਿਸੇ ਪਾਸੇ ਟੀਜ਼ਾ ਮੇ ਦੀ ਵਾਰ ਨੂੰ ਵੀ ਹੋਰ ਕਿਸੇ ਨਾ ਕਿਸੇ ਪਾਸੇ ਉਹ ਆਪਣੀ ਕੋਈ ਨਾ ਕੋਈ ਕਈ ਵਾਰੀ ਉਹਨੇ ਰੂਲ ਤੋੜ ਕੇ ਵੀ ਨਾ ਮਤਲਬ ਰੂਲ ਤੋੜਨਾ ਨਹੀਂ ਮਤਲਬ ਓਵਰਰਾਈਡ ਕਰਕੇ ਐਜ਼ ਕਰ ਦਿੱਤਾ ਐਜ਼ ਬਿਕਾਜ਼ ਹੀ ਇਜ਼ ਅ ਪ੍ਰੀਜ਼ਾਈਡਿੰਗ ਆਫੀਸਰ ਹਾਂਜੀ ਕਿਉਂਕਿ ਜਿਹੜੀ ਪਾਰਲੀਮੈਂਟ ਚੇਅਰਮੈਨ ਹੈ ਉਹਦੇ ਹਿਸਾਬ ਨਾਲ ਚੱਲਣੀ ਹੈ ਜੀ ਸੋ ਉਹ ਜਦੋਂ ਬਿੱਲ ਲੈ ਕੇ ਆਇਆ ਉਹਨੇ ਕਿਹਾ ਵੀ ਤੂੰ ਉਹ ਬਿੱਲ ਨਹੀਂ ਲਿਆ ਸਕਦਾ that bill is already been here ਕੋਈ ਨਵੀਂ ਚੀਜ਼ ਨਹੀਂ ਹੈ ਨਵੀਂ ਹੈ ਜੀ ਕਿਉਂਕਿ ਬਿੱਲ ਇਹ ਪੇਸ਼ ਤਾਂ ਹੋਇਆ ਆਇਆ ਜੀ ਬਿੱਲ ਜਿਹੜਾ 110 ਪੇਜ ਦਿਖਾਓ ਬੜਾ ਦਰਸ਼ਕਾਂ ਨੂੰ ਦਿਖਾਓ ਹਾਂਜੀ ਆਇਆ ਬਿੱਲ ਜਿਹਦਾ ਸਾਰਾ ਰੌਲਾ ਪਿਆ ਬਿੱਲ ਦਾ ਮਤਲਬ ਇਹ ਆਹ ਡੀਲ ਹੈ ਜਿਹੜੀ ਇਹ ਲੈ ਕੇ ਉੱਥੋਂ ਆਇਆ ਹੈਗਾ ਇਹ ਇਹਨੂੰ ਕਿ ਲੀਗਲਾਈਜ਼ ਕਰਨਾ ਉਹ ਮੈਨੂੰ ਮੈਂ ਪ੍ਰਿੰਟ ਕਰ ਰਿਹਾ ਸੀ ਕਹਿੰਦੇ ਕੀ ਕਰ ਰਹੇ ਮੈਂ ਕਿਹਾ ਵੀ ਪਾਰਲੀਮੈਂਟ ਉਧਰ ਚੱਲ ਰਹੀ ਹੈ ਅਸੀਂ ਇਹ ਲੋਕਾਂ ਨੂੰ ਦਿਖਾ ਦਿੰਦੇ ਵੀ ਰੌਲਾ ਕੀ ਵਿੱਚੋਂ ਖੈਰ ਇਹ ਜਦੋਂ ਇਹ ਲੈ ਕੇ ਆਇਆ ਨਾ ਸੋਮਵਾਰ ਨੂੰ ਇਹਦੀ ਉਹਨਾਂ ਨੇ ਉਹ ਐਜ਼ ਅ ਬਿੱਲ ਨਹੀਂ ਅਲਾਉਡ ਕੀਤਾ ਐਜ਼ ਅ ਸੈਕੰਡ ਰੀਡਿੰਗ ਇਹਨੂੰ ਦਿੱਤਾ ਉਹਨੂੰ ਫਿਰ ਕਿਉਂਕਿ ਜਿਹੜਾ ਬਿੱਲ ਨੰਬਰ 1 ਆ ਕੇ ਲੈ ਕੇ ਪਾਸ ਹੋ ਜਾਏ ਇਦਾਂ ਉਹ ਕਹਿੰਦਾ ਆਈ ਵਿਲ ਨਾਟ ਅਲਾਉ ਦੈਟ ਉਹਨੂੰ ਐਜ਼ ਅ ਸੈਕੰਡ ਰੀਡਿੰਗ ਲਿਆਂਦਾ ਇਹਦੇ ਤੇ ਹੈਗਾ ਫਿਰ ਤਾਂ ਕਿ ਲੋਕ ਇਹਦੇ ਤੇ ਜਿੰਨੇ ਵੀ ਸਵਾਲ ਉਠਾਉਣੇ ਆ ਜਾਂ ਇਹ ਤੇ ਅਮੈਂਡਮੈਂਟ ਕਰਨੀ ਜੋ ਕੁਝ ਵੀ ਕਰਨੀ ਉਹਨਾਂ ਨੂੰ ਸਾਰਿਆਂ ਨੂੰ ਖੁੱਲੀ ਛੁੱਟੀ ਦਿੱਤੀ ਤੇ ਉਹ ਸਾਰਾ ਦਿਨ ਕੱਲ ਇਹ ਮਤਲਬ ਉਹ ਚੱਲਦਾ ਰਿਹਾ ਸ਼ਾਮ ਨੂੰ ਆ ਕੇ ਜਦੋਂ ਇਹ ਬਿੱਲ ਦੇ ਉੱਤੇ ਮਤਲਬ ਜਿਹੜੀ ਸੈਕੰਡ ਰੀਡਿੰਗ ਸੀ ਸੈਕੰਡ ਰੀਡਿੰਗ ਨੂੰ ਅਪਰੂਵਲ ਦਿੱਤੀ ਜਿਹੜੀ ਪਾਸ ਕੀਤਾ ਗਿਆ ਉਹ ਜਿਹੜੀ ਸੈਕੰਡ ਰੀਡਿੰਗ ਦਿੱਤੀ ਹੈ ਉਹਦੀ ਜਿਹੜੀ ਵੋਟ ਸੀ ਉਹ ਸੀ 329 ਟੂ 299 30 ਵੋਟਾਂ ਦਾ ਫਰਕ ਔਰ ਉਹਦੇ ਵਿੱਚ ਵੈਸੇ ਪ੍ਰਾਈਮ ਮਿਨਿਸਟਰ ਖੁਸ਼ ਬੜਾ ਸੀਗਾ ਫॉर द ਫਰਸਟ ਟਾਈਮ 3 ਸਾਲਾਂ ਦੇ ਵਿੱਚ ਇਹ ਜਿਹੜਾ ਬਿੱਲ ਕੁਝ ਵੀ ਆਇਆ ਜਿਹਨੂੰ ਸਬਸਟੈਂਸ਼ੀਅਲ ਮੋਸ਼ਨ ਲਿਆ ਕੇ ਇੰਨੀ ਭਾਰੀ ਗਿਣਤੀ ਦੇ ਵਿੱਚ ਵੋਟਿੰਗ ਉਹਨੂੰ ਮਿਲ ਗਈ ਹੈ ਜੀ ਹੁਣ ਚੀਜ਼ ਇੱਥੇ ਇਹ ਆਉਂਦੀ ਹੈਗੀ ਵੀ ਇਹਨੂੰ ਇਹ ਵੋਟ ਜਿਹੜੀ ਮਿਲ ਗਈ
ਕਿਉਂਕਿ ਜਿਹੜੀ ਤੁਸੀਂ ਅਰਲੀਅਰ ਔਨ ਪਹਿਲਾਂ ਗੱਲ ਕਰ ਚੁੱਕੇ ਜਿਹੜੇ ਉਹਦੇ EGC ਦੇ ਗਰੁੱਪ ਦੇ ਵਾਲੇ ਬੰਦੇ ਆ ਜਾਂ ਹੋਰ ਜਿਹੜੇ ਰਾਈਟ ਵਿੰਗਰ ਹੈਗੇ ਆ ਜਾਂ ਜਿਹੜੇ ਬੰਦੇ ਬਾਹਰ ਵੀ ਕੱਢੇ ਹੋ ਹੈਗੇ ਆ ਉਹ ਬੰਦੇ ਵੀ ਉਹ ਕੱਢਣ ਤੋਂ ਬਾਅਦ ਉਹ ਬੰਦਿਆਂ ਨੇ ਵੀ ਇਹਨੂੰ ਸਪੋਰਟ ਕੀਤੀ ਤੇ ਵਿੱਚੋਂ ਲੇਬਰ ਦੇ ਵੀ ਕੁਝ ਬੰਦਿਆਂ ਨੇ ਸਪੋਰਟ ਕੀਤੀ ਹੈ ਹਾਂਜੀ ਸੋ ਇਸ ਲਈ ਇਹ ਜਿਹੜਾ ਬਿੱਲ ਸੀਗਾ ਉਸ ਵੇਲੇ ਮਤਲਬ ਇਹ ਚਾਲੂ ਹੋਇਆ ਉਹ ਪਾਸ ਉਹਨਾਂ ਨੇ ਕਰਵਾਤਾ ਸੋ ਸਟਿਕਿੰਗ ਪੁਆਇੰਟ ਇਹਦੇ ਤੇ ਇਹ ਸੀਗਾ ਕਿ ਇਹਨੇ ਮਤਲਬ ਇਹਨੂੰ ਰੇਲ ਰੋਡ ਜਾਂ ਪੁਸ਼ ਜਲਦੀ ਕਰਨ ਦਾ ਕੋਸ਼ਿਸ਼ ਕੀਤੀ ਵੀ 3 ਦਿਨਾਂ ਦੇ ਵਿੱਚ ਸਭ ਕੁਝ ਹੋ ਜਾਏ ਤੇ ਮੈਂ ਇੱਥੇ ਤੁਸੀਂ ਟੈਲੀਫੋਨ ਲੈਣ ਤੋਂ ਪਹਿਲਾਂ ਮੈਂ ਕੁਇਕਲੀ ਇੱਕ ਦੱਸ ਦੇਵਾਂ ਜਦੋਂ ਮਾਸਟਰ ਟ੍ਰੀਟੀ ਆਈ ਜਿਹੜੀ ਇਹ ਵੀ ਇੱਕ ਟ੍ਰੀਟੀ ਆ ਉਸ ਨੂੰ 22 ਡੇਜ਼ ਲੱਗੇ ਤੇ ਨੀਅਰਲੀ 400 ਆਵਰ ਜਾਂ ਸਮਥਿੰਗ ਲਾਈਕ ਦੈਟ ਉਹ ਟੀਟੀ ਨੂੰ ਪਾਸ ਕਰਾਉਣ ਕਮੇਟੀ ਸਟੇਜ ਤੇ ਲੋੜ ਦੇ ਵਿੱਚੋਂ ਸਾਰਾ ਕੁਝ ਲਿਆ ਕੇ ਉਹ ਕਹਿੰਦੇ ਦਿਸ ਬਿੱਲ ਇਜ਼ ਬਿਗਰ ਦੈਨ ਦ ਮਾਸਟਰ ਟ੍ਰੀਟੀ ਤੇ ਇਹ 3 ਦਿਨਾਂ ਦੇ ਵਿੱਚ ਤੁਸੀਂ ਕਿੱਦਾਂ ਪਾਸ ਕਰ ਦੋਗੇ ਸੋ ਇਸ ਕਰਕੇ ਫਿਰ ਉਹ ਸੈਕੰਡ ਵੋਟ ਜਿਹੜੀ ਆਈ ਹੈ ਨਾ ਵੀ ਤੇ ਟਾਈਮ ਟੇਬਲ ਜਿਹੜਾ ਉਹਨੇ ਬਣਾ ਕੇ ਦਿੱਤਾ 3 ਦਿਨਾਂ ਦੇ ਵਿੱਚ ਤੇ ਉਹ ਫਿਰ ਪਾਰਲੀਮੈਂਟ ਨੇ ਰਿਜੈਕਟ ਕਰ ਦਿੱਤਾ ਐਟ ਬਿਗ 14 ਵੋਟਾਂ ਦੇ ਸਾਡੇ ਨਾਲ ਲਾਈਨ ਤੇ ਜੁੜੇ ਨੇ ਸਾਡੇ ਵੀਰ ਕੁਲਦੀਪ ਸਿੰਘ ਸੋਤਾ ਉਹ ਵੀ ਇਹ ਸਾਰੇ ਜਿਹੜਾ ਸਾਗਾ ਹੈਗਾ ਜਿਹੜੀ ਸਾਰੀ ਕਹਾਣੀ ਹੈਗੀ ਆ ਇਹਨੂੰ ਬੜੇ ਲੰਮੇ ਸਮੇਂ ਤੋਂ ਫੋਲੋ ਕਰਦੇ ਆ ਔਰ ਅਸੀਂ ਸੋਤਾ ਸਾਹਿਬ ਦਾ ਬਹੁਤ ਸਵਾਗਤ ਕਰਦੇ ਹਾਂ ਕੁਲਦੀਪ ਸਿੰਘ ਜੀ ਤੁਸੀਂ ਦੱਸੋ ਕਿ ਇਸ ਵੇਲੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਜਿਹੜੀ ਸਮੱਸਿਆ ਹੈਗੀ ਆ ਜਾਂ ਤੋੜ ਵਿਛੋੜੇ ਦਾ ਜਿਹੜਾ ਸਮਾਂ ਹੈਗਾ ਕਹਾਣੀ ਕਿੱਥੇ ਖੜੀ ਹੈ ਇਸ ਵੇਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਸਤਿ ਸ੍ਰੀ ਅਕਾਲ ਇਸ ਵਕਤ ਬਲਦੇਵ ਸਿੰਘ ਜੀ ਸਿੱਧੂ ਸਿੰਘ ਜੀ ਗੱਲ ਤਾਂ ਹੈਗੀ ਆ ਵੀ ਇਹ ਕੀ ਕਹਿੰਦੇ ਹੁੰਦੇ ਆ ਵੀ ਆਪੋ ਆਪਣੇ ਡਿਬੇਟਸ ਤਾਂ ਕਰ ਰਹੇ ਹੈਗੇ ਆ ਸਾਰੇ ਪਰ ਬਾਅਦ ਵਿੱਚ ਕੋਈ ਚੇਂਜ ਬਹੁਤੀ ਆਉਂਦੀ ਨਹੀਂ ਕਿਉਂਕਿ ਸਾਰੇ ਜਿਹੜੇ ਮੋਸਟ ਆਫ ਦੀ MP ਆ ਉਹ ਆਪੋ ਆਪਣੇ ਖਿਆਲਾਂ ਤੇ ਬੈਠੇ ਹੋ ਹੈਗੇ ਆ ਜਾਂ ਟੋਰੀ ਵਾਲੇ ਹੈਗੇ ਆ ਜਾਂ ਲੇਬਰ ਵਾਲੇ ਜਾਂ SMP ਜਾਂ ਲਿਬ ਡੈਮ ਜਾਂ ਉਹਦੇ 21 ਲੇਬਰ ਟੋਰੀ ਦੇ ਤੁਸੀਂ ਗੱਲ ਕਰਦੇ ਬ੍ਰੈਕਸਿਟ ਪਾਰਟੀ ਵੀ ਵਿੱਚ ਬ੍ਰੈਕਸਿਟ ਸਾਰੀਆਂ ਪਾਰਟੀਆਂ ਹੈਗੀਆਂ ਬ੍ਰੈਕਸਿਟ ਪਾਰਟੀ ਚੁੱਪ ਕੇ ਬੈਠੀ ਹੋਏ ਪੁੰਜੇ ਤੇ ਦੇਖੋ ਕਿ ਇਹ ਕੀ ਕਰਦੇ ਹੈਗੇ ਆ ਇਸ ਕਰਕੇ ਕੀ ਕਹਿੰਦੇ ਹੁੰਦੇ ਆ ਵੀ ਖਿਚੜੀ ਜਿਹੀ ਤਾਂ ਡੌਗਸ ਡਿਨਰ ਬਣਿਆ ਹੈਗਾ ਆਪ ਸਾਰਾ ਦਿਨ ਇਹ ਲੱਗੇ ਰਹਿੰਦੇ ਘੈਂਸ ਕਰਨ ਜਿਹੜੇ ਵੋਟ ਪਾਉਂਦੇ ਆ ਨਾਟ ਕੋਈ ਵੀ ਜਾਂ 1-2 MP ਬਦਲਦੇ ਹੈਗੇ ਆ ਆਪੋ ਆਪਣੇ ਜਿਹੜੇ ਖਿਆਲਾਤ ਆ ਜਿਹੜੇ ਉਹਨਾਂ ਨੇ ਵੋਟਾਂ ਦੇ ਘਰੋਂ ਬਣਾ ਕੇ ਆਪਣੇ ਜਿਹੜੇ ਉਹਨਾਂ ਦੇ ਖਿਆਲ ਉਹੀ ਆਉਂਦੇ ਆ ਪਰ ਲੇਬਰ ਦੇ ਜਿਹੜੇ 4-5 ਹੁੰਦੇ ਨਾ ਜਿਹਨਾਂ ਦੇ ਲੇਬਰ ਦੇਖਿਆ ਹੈਗੇ ਆ 5-7 MP ਨੌਰਥ ਦੇ ਵਿੱਚੋਂ ਜਾਂ ਸਟੋਕ ਟ੍ਰੈਂਟ ਜਿਹਨਾਂ ਦੇ ਕੋਈ 70 ਤੋਂ ਵਾਧੂ ਲੀਵ ਵਾਸਤੇ ਉਹਨਾਂ ਨੇ ਲੋਕਾਂ ਨੇ ਵੋਟ ਪਾਈ ਆ ਉਹ ਡਰਦੇ ਹੈਗੇ ਆ ਜ਼ਿਆਦਾ ਕਿਉਂਕਿ ਉਹਨਾਂ ਦਾ ਖਿਆਲ ਆ ਕਿ ਜਦੋਂ ਇਲੈਕਸ਼ਨ ਹੋਣੇ ਵਾਲੀ ਆ ਅਗਲੇ 2 ਮਹੀਨਿਆਂ 'ਚ ਜਾਂ 4 ਮਹੀਨਿਆਂ 'ਚ ਵੀ ਅਸੀਂ ਆਪਣੇ ਕੰਸਟੀਚੁਐਂਟਸ ਨੂੰ ਕਹਾਂਗੇ ਵੀ ਲਓ ਜੀ ਅਸੀਂ ਤੁਸੀਂ ਵੋਟ ਪਾਈ ਆਊਟ ਵਾਸਤੇ ਅਸੀਂ ਤੁਹਾਡੇ ਨਾਲ ਅਗਰੀ ਕਰਦੇ ਇਸ ਕਰਕੇ ਅਦਰ ਦੈਨ ਦੈਟ ਸਾਰੇ ਆਪੋ ਆਪਣੇ ਕੋਈ ਮੈਂ ਦੇਖਿਆ ਪਿਛਲੇ ਮੈਂ ਵੀ ਬੜਾ ਕੱਲ ਵੀ ਸਾਰਾ ਦਿਨ ਪਰਸੋਂ ਵੀ ਫੋਲੋ ਕਰਦਾ ਰਿਹਾ ਕੋਈ ਬਹੁਤੀ ਚੇਂਜਸ ਨਹੀਂ ਆ ਰਹੀ ਹੈਗੀ ਆ ਖਿਆਲਾਂ ਦੇ ਵਿੱਚ ਸਾਰਿਆਂ ਦੇ ਵੋਟ ਜਿੱਥੇ ਸਾਰੇ ਆਪੋ ਆਪਣੇ ਕਹੀ ਜਾਂਦੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈਗਾ ਆ ਕੋਈ ਫਰਕ ਨਹੀਂ ਪਿਆ ਹੈਗਾ ਹਾਲੇ ਦੈਟਸ ਮਾਈ ਰੀਡਿੰਗ ਆਫ ਇਟ ਸੋ ਫਾਰ ਪਰ ਗਾਹਾਂ ਦੇਖੋ ਕੀ ਹੁੰਦਾ ਪਰ ਗੱਲ ਇਹ ਤਾਂ ਹੈਗੀ ਭਈ ਉਹ ਜਿਹੜੇ ਕਹਿੰਦੇ ਹੈਗੇ ਨਾ ਤੁਸੀਂ ਆਹ ਗੱਲ ਕਰਦੇ ਹੈਗੇ ਆ ਭਈ ਲੇਬਰ ਵਾਲੇ ਜਾਂ ਲਿਬ ਡੈਮ ਜਾਂ ਦੂਜੇ ਵਾਲੇ ਉਹ ਕਹਿੰਦੇ ਚਾਹੁੰਦੇ ਹੈਗੇ ਆ ਕਿ ਅਸੀਂ ਡੀਲ ਤੋਂ ਬਗੈਰ ਨਾ ਨਿਕਲੀਏ ਉੱਥੋਂ ਇਹ ਹੈਗਾ ਉਹ ਤਾਈਆਂ ਨਹੀਂ ਤਾਂ ਉਹਨਾਂ ਨੇ ਇਲੈਕਸ਼ਨ ਅੱਜ ਨੂੰ ਲੇਬਰ ਵਾਲਿਆਂ ਨੇ ਕਰਾ ਦੇਣੀ ਸੀਗੀ ਪਰ ਉਹ ਸੋਚਦੇ ਸੀ ਲੇਬਰ ਵਾਲੇ ਤੇ ਅਗਰ ਅਸੀਂ ਇਲੈਕਸ਼ਨ ਮੰਨ ਗਏ ਤੁਹਾਨੂੰ ਪਤਾ ਨਾ ਫਿਕਸ ਟਰਮ ਪਾਰਲੀਮੈਂਟ ਦੇ 3/4 ਉਹਨਾਂ ਨੂੰ ਚਾਹੀਦੇ ਲੇਬਰ ਦੀ ਵੋਟਾਂ ਵੀ ਮੰਨਣ ਵਾਸਤੇ ਕਿ ਵੋਟਾਂ ਜਨਰਲ ਇਲੈਕਸ਼ਨ ਹੋਣੀ ਚਾਹੀਦੀ ਆ ਉਹ ਜੇ ਇਲੈਕਸ਼ਨ ਹੋ ਗਈ ਤਾਂ ਟੋਰੀ ਵਾਲੇ ਜਿੱਤ ਗਏ ਉਹ ਉਹਨਾਂ ਦੀ ਮੈਜੋਰਟੀ ਹੋ ਗਈ ਦੇ ਕੈਨ ਕਮ ਆਊਟ ਅਗਰੀਮੈਂਟ ਤੋਂ ਬਗੈਰ ਉਹ ਐਲੀਫੈਂਟ ਟ੍ਰੈਪ ਉਹਨੂੰ ਸਾਦੇ ਹੈਗੇ ਆ ਤੇ ਇਸ ਕਰਕੇ ਅਸੀਂ ਤੁਹਾਨੂੰ ਇਲੈਕਸ਼ਨ ਵੀ ਨਹੀਂ ਹੋਣ ਦੇਣੀ ਤੇ ਸਭ ਕੁਝ ਨਹੀਂ ਹੋਣ ਦੇਣਾ ਇਸ ਕਰਕੇ ਬੜਾ ਘਾਲਾ ਮਾਲਾ ਜਿਹਾ ਪਿਆ ਆ ਜੀ ਭਰਾਵੋ ਤਾਂ ਹੀ ਮੇਰੇ ਖਿਆਲ ਜਿਹੜੀ ਇਸ ਵੇਲੇ ਪਬਲਿਕ ਹੈਗੀ ਆ ਉਹਨੂੰ ਕੋਈ ਨਹੀਂ ਸੋਚ ਰਿਹਾ ਹੈਗਾ ਵੀ ਕੀ ਹੋਣਾ ਚਾਹੀਦਾ ਕਿੱਦਾਂ ਹੋਣਾ ਕਿਉਂਕਿ ਲੀਡਰਾਂ ਨੂੰ ਨਹੀਂ ਪਤਾ ਹੈਗਾ ਕੀ ਹੋਣਾ ਚਾਹੀਦਾ ਤੇ ਬਾਕੀ ਪਬਲਿਕ ਕੀ ਕਰੂਗੀ ਹੈ ਨਾ ਹਾਂਜੀ ਅੱਗੇ ਇੱਕ ਤਾਂ ਪਬਲਿਕ ਅੱਛੀ ਆ ਜੀ ਇਮੋਸ਼ਨਲੀ ਐਗਜ਼ੌਸਟਡ ਹੋਇਆ ਪਬਲਿਕ ਵੀ ਇੱਕ ਤਾਂ ਹੁੰਦਾ ਨਾ ਪੰਜਾਬੀ 'ਚ ਕਹਿੰਦੇ ਹੁੰਦੇ ਥੱਕਣਾ ਤੁਸੀਂ ਕੰਮ ਕਰਕੇ ਥੱਕ ਗਏ ਇੱਕ ਹੁੰਦਾ ਅੱਕਣਾ ਬਈ ਇਮੋਸ਼ਨਲੀ ਤੁਸੀਂ ਐਗਜ਼ੌਸਟ ਹੋਏ ਹੋ ਸਾਰੀ ਪਬਲਿਕ ਵੀ ਜਿਹੜੇ ਰਿਮੇਨਰ ਵੀ ਸੀਗੇ ਹੈਗੇ ਨਾ ਹੁਣ ਕਈ ਜਿਹਨਾਂ ਨੇ ਵੋਟ ਪਾਈ ਵੀ ਨਹੀਂ ਸਾਨੂੰ ਰਹਿਣਾ ਚਾਹੀਦਾ ਉਹ ਵੀ ਕਹਿੰਦੇ ਅਸੀਂ ਰੱਬ ਦੇ ਵਾਸਤੇ ਇਹਨੂੰ ਕਿਸੇ ਬੰਨੇ ਲਾਓ ਕੁਲਦੀਪ ਜੀ ਜਿਹੜੀ ਆਪਣੀ ਗੱਲ ਚੱਲਦੀ ਹੈਗੀ ਆ ਕਿਉਂਕਿ ਜਿਹੜਾ ਸੈਕੰਡ ਰੈਫਰੈਂਡਮ ਦੀ ਵੀ ਗੱਲ ਆਉਂਦੀ ਹੈਗੀ ਆ ਜਿਹਦੇ ਵਿੱਚ ਲੇਬਰ ਵਾਲੇ ਵਰ ਰੈਡੀ ਟੂ ਪੁੱਟ ਅਮੈਂਡਮੈਂਟ ਥਰੂ ਤੇ ਦੂਸਰੀ ਸੀਗੀ ਵੀ ਜਿਹੜੇ SNP ਆ ਸਕਾਟਿਸ਼ ਵਾਲੇ ਆ ਉਹ ਕਹਿੰਦੇ ਸੀਗੇ ਵੀ
ਅਸੀਂ ਨੋ ਕੌਨਫੀਡੈਂਸ ਵੋਟ ਪਾ ਦਈਏ, ਕਿਉਂਕਿ ਨੋ ਕੌਨਫੀਡੈਂਸ ਵੋਟ ਵੀ ਜਿੱਤਣੀ ਔਖੀ ਹੈ ਤੇ ਜਿਹੜਾ ਸੈਕੰਡ ਰੈਫਰੈਂਡਮ ਹੈ ਉਹਦੇ ਲਈ ਵੀ ਮੈਜੋਰਿਟੀ ਨਹੀਂ ਹੈਗੀ ਕਿਸੇ ਕੇ ਪਾਸੇ। ਨਹੀਂ, ਬਿਲਕੁਲ ਹੈ ਨਹੀਂ ਜੀ। ਠੀਕ ਹੈ ਕੁਲਦੀਪ ਸਿੰਘ, ਹਾਂਜੀ ਕੁਝ ਕਹਿਣਾ ਚਾਹੁੰਦੇ ਹੋਰ ਕੁਲਦੀਪ ਜੀ ਤੁਸੀਂ? ਹਾਂਜੀ, ਨਹੀਂ ਜਿਹੜੀ ਆ ਤੁਹਾਡੀ ਹੈਗੀ ਆ ਬੜਾ ਇਸੇ ਕਿ ਬੜਾ ਇਹ ਤੁਹਾਡੇ ਦਰਸ਼ਕਾਂ ਨੂੰ ਸਮਝਣੀ ਜਾਣੀ ਕਿ ਬੜੀ ਮੁਸ਼ਕਲ ਹੈਗੀ ਆ ਜੀ ਕੀ ਹੋ ਰਿਹਾ ਹੈਗਾ ਆ ਇਹ, ਕਿਉਂਕਿ ਯੂ ਹੈਵ ਟੂ ਬੀ ਅ ਪੋਲੀਟੀਕਲ ਐਨੀਮਲ। ਜਿੱਦਾਂ ਮੈਂ ਤਾਂ ਹੁਣ ਰੋਜ਼ ਫੋਲੋ ਕਰਦਾ, ਤੁਸੀਂ ਫੋਲੋ ਕਰਦੇ, ਪਰ ਜਿਹੜੇ ਓਰਡਨਰੀ ਜਿਹੜੇ ਪੰਜੇ ਸੁਣ ਰਹੇ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ, ਤੇ ਇਸ ਕਰਕੇ ਥੋੜੀ ਜਿਹੀ ਪ੍ਰੋਬਲਮ ਹੋ ਸਕਦੀ। ਟਰਾਈ ਟੂ ਮੇਕ ਇਟ ਮੋਰ ਸਿੰਪਲ। ਤੁਸੀਂ ਸਮਝਦੇ ਨਾ ਕਿੱਦਾਂ? ਠੀਕ ਹੈ, ਬਹੁਤ ਵਧੀਆ, ਬਹੁਤ ਧੰਨਵਾਦ ਕੁਲਦੀਪ ਜੀ। ਹਾਂ ਪ੍ਰਵਾਹ ਜੀ, ਤੁਸੀਂ ਜਿਹੜੀ ਗੱਲ ਕਰ ਰਹੇ ਸੀਗੇ, ਜੋ ਆਪਾਂ ਦੇਖੋ ਮੇਰੇ ਖਿਆਲ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਸਮੱਸਿਆ ਆ ਰਹੀ ਹੈਗੀ ਆ, ਲੇਬਰ ਪਾਰਟੀ ਕਹਿੰਦੀ ਸੀ ਕਿ ਅਸੀਂ ਕਸਟਮ ਯੂਨੀਅਨ ਦੇ ਵਿੱਚ ਰਹਿਣਾ ਚਾਹੁੰਦੇ ਆ। ਹਾਂਜੀ, ਤੁਸੀਂ ਇਹਨੂੰ ਕਿੱਦਾਂ ਲੈਂਦੇ ਆ ਕੁਲਦੀਪ ਜੀ? ਤੁਹਾਨੂੰ ਅਸੀਂ ਫਤਿਹ ਬੁਲਾ ਦਈਏ ਤੁਹਾਨੂੰ, ਕਿ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ? ਕਸਟਮ ਯੂਨੀਅਨ ਮੈਂ ਕਿਹਾ ਕੁਲਦੀਪ ਉਹਨਾਂ ਨੂੰ ਪੁੱਛੋ। ਹਾਂ ਤੁਸੀਂ ਦੱਸੋ ਕਸਟਮ ਯੂਨੀਅਨ ਬਾਰੇ ਤੁਸੀਂ ਕੀ ਸੋਚਦੇ ਆ ਕੁਲਦੀਪ ਜੀ? ਇਸ ਦੇਖੋ ਜੀ, ਕਸਟਮ ਯੂਨੀਅਨਸ ਦੀ ਜਿਹੜੀ ਹੈਗੀ ਆ ਕਿ ਅਸੀਂ ਵਿੱਚ ਰਹੀਏ ਤਾਂ ਉਹ ਜਿਹੜਾ ਬਾਹਰੋਂ ਕਾਰਾਂ ਆਉਂਦੀਆਂ ਇਹਨਾਂ ਦੀਆਂ 10% ਇਹਨਾਂ ਦੇ ਉੱਤੇ ਲੱਗਦਾ ਹੈਗਾ। 27 ਕੰਟਰੀ ਦਾ ਟੈਕਸ ਜਿਹੜਾ ਹੈਗਾ ਉਹ ਫਿਰ ਜਿਹੜੇ 27 ਕੰਟਰੀ ਜਾਂ 28 ਕੰਟਰੀ ਵਿੱਚ ਜਿੱਥੇ ਮਰਜ਼ੀ ਸਮਾਨ ਜਾਵੇ ਉਹਦੇ ਤੇ ਟੈਕਸ ਨਹੀਂ ਲੱਗਣਾ ਹੈਗਾ ਆ। ਇਸ ਕਰਕੇ ਜਿਹੜਾ ਬਾਹਰੋਂ ਸਮਾਨ ਜੇ ਇਹ ਆ ਗਏ, ਇਹ ਨਿਕਲ ਗਏ, ਤਾਂ ਫਿਰ ਇਹਨਾਂ ਦੀ ਫਿਰ ਟੈਕਸ ਦੇ ਉੱਤੇ ਫਿਰ ਪ੍ਰੋਬਲਮ ਹੋਣੀ, ਇਹਨਾਂ ਨੂੰ ਆਪਣਾ ਲਾਉਣਾ ਪੈਣਾ, ਤੇ ਉਹ ਹੋ ਸਕਦਾ 10% 5%। ਉਹ ਕਸਟਮ ਯੂਨੀਅਨ ਦੇ ਵਿੱਚ ਰਹਿਣਾ ਮੇਰੇ ਖਿਆਲਾਂ ਦੇ ਵਿੱਚ, ਮੈਂ ਕਹਿਣਾ ਚਾਹੁੰਦਾ ਵੀ ਮੇਰੇ ਖਿਆਲਾਂ ਦੇ ਵਿੱਚ ਕਸਟਮ ਯੂਨੀਅਨ ਦੇ ਰਹਿਣਾ ਜ਼ਰੂਰੀ ਆ, ਕਿਉਂਕਿ ਸਾਡਾ ਜਿਹੜਾ ਸਮਾਨ ਆ ਯੂਕੇ ਦਾ ਫੈਕਟਰੀਆਂ ਦਾ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਵੀ ਵਿਕੇ ਤੇ ਬਾਹਰਲੀ ਦੁਨੀਆ ਦੇ ਵਿੱਚ ਵੀ ਵਿਕੇ, ਸਾਡੀਆਂ ਜੌਬਾਂ ਰਹਿ ਜਾਣ। ਕੁਲਦੀਪ ਜੀ ਉਹਦੇ ਚ ਚੱਕਰ ਕੀ ਨਹੀਂ ਆਉਂਦਾ ਵੀ ਅਗਰ ਇਫ ਯੂ ਸਟੇ ਇਨ ਦ ਕਸਟਮ ਯੂਨੀਅਨ ਜਿਹੜੀ ਚੱਕਰ ਹੈਗੇ ਇਸ ਕਰਕੇ ਤਾਂ ਬਾਹਰ ਨਿਕਲਦੇ ਹੈਗੇ ਤੇ ਫਿਰ ਬ੍ਰਿਟਨ ਵਿਲ ਸਟਿਲ ਬੀ ਟਾਈਡ ਅਪ। ਅਸੀਂ ਕਿਸੇ ਨਾਲ ਡੀਲ ਨਹੀਂ ਕਰ ਸਕਦੇ। ਫਿਰ ਬਾਹਰਲੇ ਮੁਲਕਾਂ ਨੂੰ ਡੀਲ ਕਰਨੀ ਜਿਹੜੀ ਹੈ ਬ੍ਰਿਟਨ ਨੂੰ ਐਜ਼ ਅਲੋਨ will be very difficult। ਫਿਰ ਨਿਕਲਣਾ ਫਾਇਦਾ ਕੀ ਆ? ਠੀਕ ਹੈ, ਵਿੱਚੇ ਰਹੋ। ਤਾਈਆਂ ਫਰਾਜ ਇਹੀ ਕਹਿੰਦਾ ਅਸੀਂ ਫਿਰ ਵਿੱਚੇ ਰਹਿ ਗਏ, ਅੱਧੇ ਦਾ ਅਸੀਂ ਵਿੱਚੇ ਰਹਿ ਗਏ ਫਿਰ। ਐਗਜ਼ੈਕਟਲੀ। ਚਲੋ ਠੀਕ ਹੈ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਅਸੀਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਅਸੀਂ ਗੱਲ ਨੂੰ ਅੱਗੇ ਤੋਰਦੇ ਹੈਗੇ ਆ। ਸ਼ਨੀਵਾਰ ਨੂੰ ਜਿਹੜੀ ਗੱਲਬਾਤ ਚੱਲਦੀ ਸੀ ਉਹਦੇ ਵਿੱਚ ਇਹ ਵੀ ਲੱਗਦਾ ਸੀ ਕਿ ਨਾਜਲ ਫਰਾਜ ਕਹਿੰਦਾ ਸੀ ਸਾਰਾ ਕੁਝ ਇੱਦਾਂ ਰਹਿਣ ਦਿਓ, ਤੁਸੀਂ ਇਲੈਕਸ਼ਨ ਕਰਾਓ। ਤੁਸੀਂ ਕੀ ਸੋਚਦੇ ਹੋ? ਉਹਦੇ ਬਿਆਨ ਦਾ ਭਾਵ ਕੀ ਲੈਂਦੇ ਆ? ਉਹਦਾ ਭਾਵ ਸਿੰਪਲ ਇਹ ਹੈਗਾ ਵੀ ਅਗਰ ਤੇ ਡੀਲ ਹੋ ਜਾਂਦੀ ਆ, ਡੀਲ ਜਿਹੜੀ ਹੈ ਨਾ ਨਹੀਂ ਹੁੰਦੀ ਜਾਂ ਐਦਾਂ ਹੀ ਚੱਲ ਰਿਹਾ, ਇਹਦੇ ਕੋਈ ਫੈਸਲਾ ਨਹੀਂ ਪਾਰਲੀਮੈਂਟ ਕਰ ਪਾਈ ਤੇ ਇਲੈਕਸ਼ਨ ਹੋ ਜਾਂਦੀ ਹੈ, ਦੈਟ ਇਜ਼ ਵੇਅਰ ਹੀ ਵਿਲ ਬੀ ਬੈਨੀਫੀਸ਼ੀਅਲ। ਅਗਰ ਇਹ ਡੀਲ ਹੋ ਕੇ 31 ਅਕਤੂਬਰ ਨੂੰ ਜਾਂ ਕਦੇ ਇਲੈਕਸ਼ਨ ਤੋਂ ਪਹਿਲਾਂ ਹੋ ਜਾਂਦੀ ਆ, ਅਗਰ ਉਹ ਤੋਂ ਬਾਅਦ ਇਲੈਕਸ਼ਨ ਕਰਵਾਉਂਦੇ ਆ ਤੇ ਫਿਰ ਬ੍ਰੈਕਸਿਟ ਪਾਰਟੀ ਦੀ ਐਗਜ਼ਿਸਟੈਂਸ ਜਿਹੜੀ ਆ ਉਹਦੀ ਕੋਈ ਲੋੜ ਨਹੀਂ, ਉਹ ਖਤਮ ਹੋ ਜਾਂਦੀ ਹੈ। ਕਿਉਂਕਿ ਬ੍ਰੈਕਸਿਟ ਪਾਰਟੀ ਤਾਂ ਸਿਰਫ ਇਸ ਕਰਕੇ ਹੀ ਹੈ ਨਾ। ਜਿੰਨਾ ਚਿਰ ਲੜਾਈ ਜਾਰੀ ਰਹਿੰਦੀ ਆ ਫਰਾਜ ਨੂੰ ਫਾਇਦਾ ਹੀ ਫਾਇਦਾ। ਜੇ ਉਹਦੀ ਸੰਧੀ ਹੋ ਜਾਂਦੀ ਹੈ, ਫਰਾਜ ਕਿਉਂ ਕਹੂਗਾ ਕਿ ਵੀ ਤੁਸੀਂ ਸੰਧੀ ਕਰ ਲਓ, ਕਿਉਂਕਿ ਉਹਨੂੰ ਫਾਇਦਾ ਨਹੀਂ ਹੁੰਦਾ। ਉਹਦੇ ਛੋਲੇ ਵਿਕਣੇ ਬੰਦ ਜੇ ਤੁਸੀਂ ਇਦਾਂ ਵੀ ਕਹਿ ਲਓ ਨਾ, ਉਹ ਚਾਹੂਗਾ ਕਿ ਬਈ ਕੋਈ ਸੰਧੀ ਨਾ ਹੋਵੇ, ਇਹਨਾਂ ਦੀ ਲੜਾਈ ਹੁੰਦੀ ਰਹੇ, ਇਲੈਕਸ਼ਨ ਹੋ ਜਵੇ, ਫਿਰ ਮੈਂ ਕਹਿ ਦੂੰਗਾ ਦੇਖਿਆ ਤੁਹਾਨੂੰ ਮੈਂ ਦੱਸਿਆ ਸੀ ਉਹ ਇਹ ਇੱਥੇ ਦਾ ਇੱਥੇ ਰਹਿਣਾ, ਤੁਸੀਂ ਸਾਨੂੰ ਵੋਟ ਪਾਓ। ਉਹਦੇ ਚ ਹੈਗਾ ਵੀ ਬ੍ਰੈਕਸਿਟ ਪਾਰਟੀ ਵਿਲ ਬੈਨੀਫਿਟ। ਹਾਂਜੀ, ਇਹ ਨਹੀਂ ਨਾਟ ਇਨ ਬਿਗ ਵੇ, ਪਰ ਇਹ ਹੈਗਾ ਵੀ ਉਹ 4-5 ਸੀਟਾਂ ਜਾਂ ਜਿੰਨੀਆਂ ਵੀ ਕਿਤੇ ਨਾ ਕਿਤੇ ਹੋ ਗਈਆਂ ਉਹ ਲੈ ਵੀ ਜਾਊਗਾ, ਪਰ ਇਹ ਹੈਗਾ ਉਹਨੇ ਜਾ ਕੇ ਫਿਰ ਵੀ ਟੋਰੀ ਦਾ ਹੱਥ ਫੜਨਾ, ਟੋਰੀ ਦੇ ਨਾਲ ਹੀ ਉਹ ਰਲੇਗਾ ਜਾ ਕੇ ਜੇ ਜਲੇਗਾ। ਤੇ ਪਰ ਹੈਗੀ ਜਿਹੜੀ ਪਹਿਲਾਂ ਉਹ ਤੋਂ ਇਲੈਕਸ਼ਨ ਜਿਹੜੀ ਆ, ਜਿੱਦਾਂ ਹੁਣੇ ਕੁਲਦੀਪ ਕਹਿ ਕੇ ਹਟਿਆ, ਉਹ ਜਿਹੜੀ ਇਲੈਕਸ਼ਨ ਆ ਉਹ ਹੋਣੀ ਬਹੁਤ ਮੁਸ਼ਕਿਲ ਹੈ, ਇਸੇ ਕਰਕੇ ਕਿ ਜਿਹੜਾ ਇਹਦੀ ਥ੍ਰੈਟ ਹੈ ਨਾ ਸਭ ਤੋਂ ਪ੍ਰਾਈਮ ਮਿਨਿਸਟਰ ਦੀ ਆਪਣੇ ਜੌਨਸਨ ਦੀ ਥ੍ਰੈਟ ਸਭ ਤੋਂ ਜ਼ਿਆਦਾ ਇਹ ਹੈਗੀ ਹੈ ਵੀ ਜੇ ਤੁਸੀਂ ਮੇਰਾ ਆ ਜਿਹੜਾ ਬਿੱਲ ਆ ਨਾ ਇਹਨੂੰ ਨਾ ਪਾਸ ਕਰਦੇ ਆ, ਆਈ ਵਿਲ ਲੀਵ ਔਨ ਦ 31st ਵਿਦ ਨੋ ਡੀਲ। ਜਿਹੜੀ ਨੋ ਡੀਲ ਦੀ ਸਿਰਫ ਚੱਕਰ ਇਹ ਆਉਂਦਾ ਹੈਗਾ ਜਿਹਦੇ ਵਿੱਚ ਕਿਸੇ ਨੂੰ ਵੀ ਫਾਇਦਾ ਨਹੀਂ ਹੈ, ਨਾ ਤਾਂ ਬ੍ਰਿਟਨ ਨੂੰ ਫਾਇਦਾ ਤੇ ਨਾ EU ਨੂੰ ਫਾਇਦਾ ਹੈ। ਪਰ ਮਰਵਾਜ ਜੀ ਉਹਨੂੰ ਵੀ ਪਤਾ, ਮੇਰਾ ਖਿਆਲ ਸਾਰਿਆਂ ਨੂੰ ਪਤਾ, ਕਿਉਂਕਿ ਉਹ ਜਿਹੜਾ ਬੈਨ ਐਕਟ ਆ ਉਹਨੇ ਇਹਦੇ ਤੇ ਠੱਪਾ ਲਾਤਾ ਆ ਕਿ ਬਈ ਤੂੰ ਬਾਹਰ ਨਹੀਂ ਨਿਕਲ ਸਕਦਾ ਨੋ ਡੀਲ ਦੇ ਨਾਲ। ਹੁਣ ਇਹ ਬਾਰ-ਬਾਰ ਇਹੀ ਕਹਿੰਦਾ ਜੀ, ਰਾਤੀ ਵੀ ਤਾਂ ਕਹਿੰਦਾ ਸੀ, ਕਹਿੰਦਾ ਜਿਹੜੀਆਂ ਸਾਡੀਆਂ ਪ੍ਰੈਪਰੇਸ਼ਨਸ ਆ ਨੋ ਡੀਲ ਦੀਆਂ ਉਹ ਹੋਰ ਅਸੀਂ ਵਧਾ ਦਿੱਤੀਆਂ।
ਕੀ ਤੂੰ ਪ੍ਰੈਪਰੇਸ਼ਨ ਕਰ ਰਿਹਾ? ਤੂੰ ਨਿਕਲ ਕਾਨੂੰਨਨ ਇਹ ਉਹ ਨੋ ਡੀਲ ਨਾਲ ਨਿਕਲ ਹੀ ਨਹੀਂ ਸਕਦਾ। ਉਹਦੀ ਇੱਕ ਮੈਂ ਨਾਲ ਇੱਕ ਥੋੜੀ ਮਾੜੀ ਜਿਹੀ ਐਡ ਕਰ ਦੇਵਾਂ ਕਿ ਜਿਹੜੇ ਇਸ ਵੇਲੇ ਯੂਰਪੀਅਨ ਯੂਨੀਅਨ ਦੇ ਆ, ਜਿਹੜਾ ਟਸਕ ਹੈਗਾ ਉਹਨੇ ਮਤਲਬ ਕਹਿਤਾ, ਟਵੀਟ ਕਰ ਦਿੱਤਾ ਵੀ ਹਾਂਜੀ ਵੀ ਆਰ ਵਿਲਿੰਗ ਟੂ ਗਿਵ ਹਿਮ ਅ ਸ਼ੋਰਟ ਐਕਸਟੈਂਸ਼ਨ। ਹੁਣ ਸ਼ੋਰਟ ਐਕਸਟੈਂਸ਼ਨ ਮੀਨਸ ਵਾਟ? ਹਾਂਜੀ, ਐਂਡ ਆਫ ਨਵੰਬਰ, ਮਿਡਲ ਆਫ ਨਵੰਬਰ। ਤੇ ਜੇ ਇਲੈਕਸ਼ਨ ਕਾਲ ਵੀ ਹੁੰਦੀ ਆ, ਅਗਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰਸੂਏਡ ਕਰ ਜਾਂਦਾ, ਇਲੈਕਸ਼ਨ ਹੁੰਦੀ ਵੀ ਆ, ਯੂ ਨੀਡ ਐਟ ਲੀਸਟ 5 ਵੀਕਸ ਘੱਟੋ ਘੱਟ। ਹਾਂਜੀ, ਤੇ ਜੇ ਕੱਲ ਨੂੰ ਥਰਸਡੇ ਆ, ਕਿਉਂਕਿ ਆਮ ਤੌਰ ਤੇ ਥਰਸਡੇ ਨੂੰ ਇਲੈਕਸ਼ਨ ਹੁੰਦੀ ਹੈ, ਅਗਰ ਕੱਲ ਨੂੰ ਡੈਕਲੇਰੇਸ਼ਨ ਹੋ ਜਾਂਦੀ ਆ ਹਾਈਪੋਥੈਟਿਕਲੀ, ਜੇ ਕੱਲ ਨੂੰ ਡੈਕਲੇਰੇਸ਼ਨ ਹੁੰਦੀ ਹੈ, the election will be on the 28th of November, right? Any later than that it will be go near the Christmas, right? That means winter election is not possible. ਲੋਕਾਂ ਨੇ ਜੇ ਕ੍ਰਿਸਮਸ ਤੋਂ ਪਹਿਲਾਂ ਨਹੀਂ ਚਾਹੁੰਦੇ ਹੈਗੇ ਵੀ ਇੱਥੇ ਸਾਡੇ ਸਿਰ ਤੇ ਆਪ ਆ। ਅੱਛਾ, ਨਾਲ ਦੀ ਨਾਲ ਇੱਕ ਇਹ ਵੀ ਲੱਗਦਾ ਹੈਗਾ ਬਹੁਤ ਸਾਰੇ ਮੁੱਦੇ ਮੇਰੇ ਖਿਆਲ ਹਲੇ ਉਹ ਡਿਸਕਸ਼ਨ ਵਿੱਚ ਆ ਹੀ ਨਹੀਂ ਸਕੇ, ਆਪਾਂ ਲਿਆ ਹੀ ਨਹੀਂ ਸਕੇ, ਕਿਉਂਕਿ ਹਲੇ ਆਹ ਜਿੰਨਾ ਚਿਰ ਡੀਲ ਦਾ ਨਹੀਂ ਕਿਸੇ ਪਾਸੇ ਗੱਲ ਬਣਦੀ ਹੈਗੀ, ਆਪਾਂ ਕੋਈ ਸਾਨੂੰ ਸਪਸ਼ਟ ਨਹੀਂ ਹੈਗਾ ਕਿ ਜੋ ਇੱਥੋਂ ਦੇ ਯੂਰਪੀ ਯੂਨੀਅਨ ਦੇ ਜਿਹੜੇ ਨਾਗਰਿਕ ਇੱਥੇ ਰਹਿੰਦੇ ਨੇ ਜਾਂ ਬਰਤਾਨੀਆ ਦੇ ਜਿਹੜੇ ਨਾਗਰਿਕ ਉਹਨਾਂ ਮੁਲਕਾਂ ਵਿੱਚ ਰਹਿੰਦੇ ਨੇ, ਯੂਰਪੀਅਨ ਮੁਲਕਾਂ, ਉਹਨਾਂ ਦਾ ਭਵਿੱਖ ਕੀ ਹੋਵੇਗਾ, ਉਹਨਾਂ ਦੇ ਹੱਕ ਕੀ ਹੋਣਗੇ। ਖੈਰ ਆਪਾਂ ਥੋੜੀ ਗੱਲ ਕਰਦੇ ਹਾਂ ਡਿਵੋਰਸ ਬਿੱਲ ਬਾਰੇ, ਤੇ ਉਹ ਵੀ ਇੱਕ ਤੁਹਾਨੂੰ ਪਤਾ ਹੈ ਕਿ ਹਲੇ ਤੋੜ ਵਿਛੋੜਾ ਭਾਵੇਂ ਬੜਾ ਔਖਾ ਹੈਗਾ, ਮੰਝਤਾਰ ਵਿੱਚ ਹੈਗਾ ਆ, ਪਰ ਉਹ ਬਿੱਲ ਵੀ ਤਾਂ ਬੜਾ ਸਟੀਪ ਆਵੇਗਾ ਮੇਰੇ ਖਿਆਲ ਨਾਲ। ਉਹ ਬਿੱਲ ਸੀਗਾ ਇਹ ਇਟ ਬੀਨ ਬੈਂਡਡ ਅਰਾਊਂਡ ਪੇ 4000 ਕਰੋੜ 39 ਬਿਲੀਅਨ ਹਾਂਜੀ, ਇੱਥੇ ਲਾਗੇ ਛਾਗੇ ਹੁੰਦੀ ਸੀ। ਤੇ ਮੈਨੂੰ ਇਹ ਸੀਗਾ ਵੀ ਜਿਹੜੀ ਆਹ ਬਿੱਲ ਆ ਜਾਂ ਇਹਦੀ ਡੀਲ ਦੇ ਵਿੱਚ ਉਹਦੇ ਬੈਕ ਆਫ ਦੈਟ ਕੋਈ ਐਗਰੀਮੈਂਟ ਇਹ ਹੋਈ ਸੀ ਵੀ 33 ਬਿਲੀਅਨ ਪਾਉਂਡ ਦਾ ਮਤਲਬ ਇਹ ਜਿਹੜਾ ਡਿਵੋਰਸ ਬਿੱਲ ਇਹ ਹੋ ਜਾਵੇ। ਅਗਰ ਨੋ ਡੀਲ ਹੁੰਦੀ ਹੈ ਤੇ ਜਿਹੜਾ ਬਿੱਲ ਵੀ ਉਦਾਂ ਹੀ ਪਿਆ ਰਹਿ ਜਾਣਾ, ਜਿੱਦਾਂ ਬਿਸਤਰੇ ਬੁਸਤਰੇ ਸਾਰੇ ਇਕੱਠੇ ਕੁੱਠੇ ਕਰਕੇ ਉਦਾਂ ਉੱਥੇ ਦੇ ਉੱਤੇ ਆ ਕੇ ਸਾਰਾ ਕੁਝ ਘਰ ਨੂੰ ਆ ਜਾਣਾ। ਤੇ ਫਿਰ ਦੈਨ ਉਹ ਚੀਜ਼ ਹੈਗੀ ਹੈ, ਕਿਉਂਕਿ ਜਿਹੜੀ EU ਆ ਉਹ ਇਸੇ ਕਰਕੇ ਨੋ ਡੀਲ ਨਹੀਂ ਚਾਹੁੰਦੀ, ਕਿਉਂਕਿ ਜਿਹੜੀ ਆ ਹੈਫਟੀ ਸਮ ਹੈ ਇਹ ਵੀ। ਪਰ ਇਹਦੇ ਇੱਕ ਟੈਕਨੀਕਲੀ ਮੈਂ ਮਾੜੀ ਜਿਹੀ ਗੱਲ, ਇੱਕ ਮੇਰੇ ਮੁਲਕ ਦਾ ਨਾਂ ਤਾਂ ਨਹੀਂ ਮੈਂ ਉਹਦਾ ਲੈਂਦਾ, ਪਰ ਉਹਦੇ ਪ੍ਰਾਈਮ ਮਿਨਿਸਟਰ ਨੇ ਇੱਕ ਨੇ ਗੱਲ ਕਹੀ ਹੈ ਵੀ ਜਿਆਦਾ ਬ੍ਰਿਟਨ ਬਾਹਰ ਨਿਕਲਿਆ ਨਾ, ਸਾਡੀ GDP ਔਰ ਸਾਡੇ ਜਿਹੜੀ ਟੈਕਸੇਸ਼ਨ ਤੇ ਹੋਰ ਚੀਜ਼ਾਂ ਸਾਰੀਆਂ ਨੂੰ ਇੰਨਾ ਇਫੈਕਟ ਪਿਆ ਵੀ ਅਗਰ ਬ੍ਰਿਟਨ ਜਦੋਂ ਬਾਹਰ ਨਿਕਲ ਹੀ ਗਿਆ ਤੇ ਕੀ ਹੈ, ਤੇ ਇਹਦਾ ਮਤਲਬ ਇਹ ਆ ਵੀ ਕਿਉਂਕਿ ਬ੍ਰਿਟਨ ਵਾਸ ਦ ਸੈਕੰਡ ਬਿਗੇਸਟ ਕੰਟਰੀਬਿਊਟਰ ਟੂ EU ਦੇ ਬਿੱਲ। ਅਗਰ ਉਹ ਮਤਲਬ ਨਿਕਲਣ ਤੋਂ ਬਾਅਦ ਆਹ ਕੁਝ ਹੁੰਦਾ, ਛੋਟੇ ਮੋਟੇ ਜਿਹੜੇ ਮੁਲਕ ਹੈਗੇ ਆ ਹਾਂਜੀ, ਤੇ ਉਹਨਾਂ ਤੋਂ ਲੈ ਕੇ ਬਾਅਦ ਦੇ ਵਿੱਚ ਕੀ ਹਾਲ ਹੋਏਗਾ। ਮੈਂ ਬਲਦੇਵ ਜੀ ਮੇਰੇ ਖਿਆਲ ਆਪਾਂ ਨੂੰ ਇਹ ਗੱਲ ਵੀ ਮੱਦੇ ਨਜ਼ਰ ਰੱਖਣੀ ਪੈਣੀ ਆ ਕਿ ਜਿਹੜੀ EU ਵਾਲੇ ਆ ਉਹ ਕਿਉਂ ਹਰ ਚੀਜ਼ ਨੂੰ ਔਖਾ ਕਰਕੇ ਪੇਸ਼ ਕਰ ਰਹੇ ਹੈਗੇ ਆ ਜਾਂ ਇਹਨਾਂ ਨੂੰ ਚੁਣੌਤੀਆਂ ਦੇ ਰਹੇ ਹੈਗੇ। ਜੇ ਆਪਾਂ ਪ੍ਰੈਕਟੀਕਲੀ ਦੇਖੀਏ, ਇਟਲੀ ਹੈਗਾ ਆ, ਗ੍ਰੀਸ ਹੈਗਾ, ਸਪੇਨ ਹੈਗਾ, ਸਦਰਨ ਆਇਰਲੈਂਡ ਹੈਗਾ ਜਿਹੜਾ ਕਿ ਕਾਫੀ ਲੰਬੇ ਸਮੇਂ ਤੱਕ ਅੜਿਆ ਰਿਹਾ। ਉਹ ਇਹ ਜਿਹੜੇ ਚਾਰ ਦੀਆਂ ਇਕੋਨਮੀਜ਼ ਵੱਡੀਆਂ ਇਕੋਨਮੀ ਹੈਗੀਆਂ ਯੂਰਪ ਦੀਆਂ, ਇਹਨਾਂ ਦੀ ਹਾਲਤ ਬੜੀ ਮਾੜੀ ਆ। ਔਰ ਇਹਨੂੰ EU ਨੇ ਕਿੰਨੇ ਮਿਲੀਅਨ 100 ਮਿਲੀਅਨ ਡਾਲਰ ਦੇ ਕੇ ਜਾਂ ਯੂਰੋ ਦੇ ਕੇ ਉਹਨਾਂ ਨੂੰ ਇੰਜੈਕਟ ਕਰਕੇ ਉਹਨਾਂ ਨੂੰ ਖੜਾ ਕੀਤਾ ਆ। ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਯੂਰਪੀਅਨ ਢਾਂਚਾ ਆ ਉਹ ਇਸ ਤਰ੍ਹਾਂ ਹੀ ਬਰਕਰਾਰ ਰਹਿ ਸਕਦਾ? ਦੇਖੋ, ਮੈਨੂੰ ਇਹਦੇ ਤੇ ਇਦਾਂ ਆ ਕਿ ਇਹ ਯੂਰਪੀਅਨ ਯੂਨੀਅਨ ਜਿਹੜੇ ਈਸਟਰਨ ਯੂਰਪ ਦੇ ਮੁਲਕ ਜਿਹੜੇ ਸੀ ਜਾਂ ਗਰੀਬ ਆ ਉਹਨਾਂ ਨੂੰ ਵਿੱਚ ਰਲਾਇਆ ਗਿਆ। ਅੱਛਾ, ਜਦੋਂ ਤੁਸੀਂ ਇਸ ਤਰ੍ਹਾਂ ਦਾ ਇੱਕ ਮੁਲਕ ਦੀ ਤਰ੍ਹਾਂ ਬਣਾਉਂਦੇ ਆ ਨਾ, ਤੇ ਔਰ ਉਹਦੇ ਵਿੱਚ ਤੁਸੀਂ ਗਰੀਬ ਐਡ ਕਰਦੇ ਆ, ਉਹਦੇ 'ਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੁੰਦੀ ਕਿ ਸਮੱਸਿਆ ਨਾ ਆਵੇ। ਔਰ ਕਿਉਂਕਿ ਉਹ ਹੁਣੇ ਇਹਦੇ ਵਿੱਚ ਆਏ ਹੈਗੇ ਆ, ਇਸ ਲਈ ਜਿਹੜੇ ਜਰਮਨੀ ਜਾਂ ਫਰਾਂਸ ਜਾਂ ਹੋਰ ਅਮੀਰ ਮੁਲਕ ਹੈਗੇ ਆ ਯੂਰਪੀਅਨ ਯੂਨੀਅਨ ਦੇ, ਉਹਨਾਂ ਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਸੀ। ਉਹ ਲੱਗਦਾ ਇੱਦਾਂ ਆ ਕਿ ਬਈ ਇਹ ਯੂਰਪੀਅਨ ਯੂਨੀਅਨ ਮੇਰਾ ਖਿਆਲ ਨਹੀਂ ਰਹੂਗੀ, ਇਹਦੇ 'ਚ ਤਾਂ ਸਮੱਸਿਆਵਾਂ ਬਹੁਤ ਆ। ਪਰ ਇਹ ਨਾ ਭੁੱਲੋ ਕਿ ਇਹ ਇਸ ਲਈ ਆ ਸਮੱਸਿਆਵਾਂ ਕਿਉਂਕਿ ਬਹੁਤ ਗਰੀਬ ਮੁਲਕਾਂ ਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹ ਸਮੱਸਿਆਵਾਂ ਤਾਂ ਆਈਆਂ ਹੈਗੀਆਂ ਔਰ ਇਹਨਾਂ ਨੇ, ਮੈਨੂੰ ਲੱਗਦਾ ਆ ਕਿ ਬਈ ਉਹ ਸਮੱਸਿਆਵਾਂ ਹੌਲੀ ਹੱਲ ਹੋ ਜਾਣੀਆਂ। ਔਰ ਮੈਨੂੰ ਇਹ ਲੱਗਦਾ ਕਿ ਯੂਰਪੀਅਨ ਯੂਨੀਅਨ ਦੁਨੀਆ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ, ਸੋਵੀਅਤ ਯੂਨੀਅਨ, ਚੀਨ, ਰਸ਼ੀਆ, ਚੀਨ ਤੇ ਯੂਰਪੀਅਨ ਯੂਨੀਅਨ, ਇਹ ਤਾਕਤਾਂ ਹੋਣਗੀਆਂ।
ਤਾਂ ਯੂਰਪੀਅਨ ਯੂਨੀਅਨ ਮੇਰਾ ਖਿਆਲ ਨਹੀਂ ਕਦੇ ਟੁੱਟੂਗੀ ਜੇ ਤੁਹਾਡੀ ਇੰਪਲੀਕੇਸ਼ਨ ਇਹ ਆ ਕਿ ਵੀ ਸ਼ਾਇਦ ਇਹਨੇ ਜੀਂਦੀ ਨਹੀਂ ਰਹਿਣਾ। ਓਕੇ ਇਹਦੇ ਨਾਲ ਇੱਕ ਫਿਰ ਇਹ ਤੁਹਾਡੇ ਜਵਾਬ ਦੇ ਵਿੱਚੋਂ ਇੱਕ ਸਵਾਲ ਖੜਾ ਹੋ ਗਿਆ ਕਿ ਜੇ ਬ੍ਰੈਕਸਿਟ ਦੇ ਨਾਲ ਡੀਲ ਹੋ ਜਾਂਦੀ ਹੈ ਸਾਡੀ ਤੇ ਬਰਤਾਨੀਆ ਦਾ ਫਿਊਚਰ ਕੀ ਕਹਿੰਦਾ ਫਿਰ ਬਰਾਜ ਤੁਹਾਡੇ ਖਿਆਲ ਕਿਉਂਕਿ ਬਰਤਾਨੀਆ ਜਿਹੜਾ ਨਾ ਥੋੜੀ ਇਹਨੂੰ ਜੇ ਤੁਸੀਂ ਪਿੱਛੇ ਲੈ ਜਾਓ, ਜਦੋਂ ਇਹ ਬਣੀ ਸੀ ਨਾ ਕਾਮਨ ਮਾਰਕੀਟ ਇਹਨਾਂ ਨੇ ਬਹੁਤ ਜ਼ੋਰ ਲਾ ਕੇ ਟੈਡ ਹੀਥ ਵਿਲਸਨ ਆਰਿਆਂ ਨੇ ਗੋਡੇ ਤਕਰੀਬਨ ਟੇਕੇ ਹੋ ਗਿਆ ਸੀ ਇਹ ਜੁਆਇਨ ਕਰਨ ਵਾਸਤੇ। ਉਹਦਾ ਰੀਜ਼ਨ ਹੀ ਇਹ ਸੀਗਾ ਕਿਉਂਕਿ ਦੇਖੋ ਨਾ ਹੁਣ ਜੇ ਆਪਾਂ ਤਿੰਨੇ ਜਾਣੇ ਇਕੱਠੇ ਹੋ ਕੇ ਇੱਕ ਚੀਜ਼ ਨੂੰ ਅਸੀਂ ਇਕੱਠੇ ਕਰਕੇ ਲੈਨੇ ਆ ਜੀ, ਸਾਡੇ ਆ ਤਿੰਨਾਂ ਦਾ ਦਿਮਾਗ ਵੀ ਆ, ਸਾਡਾ ਇਕਨੋਮਿਕਲੀ ਪੈਸਾ ਵੀ ਬੜਾ ਸਾਰਾ ਕੁਝ ਹੈਗਾ। ਜੇ ਮੈਂ ਉਹ ਇਕੱਲਾ ਕਰੂੰਗਾ ਉਹ ਇੰਨਾ ਬੈਨੀਫਿਟ ਨਹੀਂ ਹੋਗਾ ਜਿੱਥੇ ਅਸੀਂ ਤਿੰਨ ਜਾਣੇ ਇਕੱਠੇ ਕਰਾਂਗੇ ਚੀਜ਼ ਬਾਏ ਕਰਨੇ ਨੂੰ ਤੇ ਸੈਲ ਕਰਨੇ ਨੂੰ, ਕਿਉਂਕਿ ਫੋਰਸਸ ਹੋ ਜਾਂਦੀਆਂ। ਇਸੇ ਕਰਕੇ ਬ੍ਰਿਟਨ ਨੂੰ ਬਾਹਰ ਆਉਣ ਦੇ ਨਾਲ ਇਹਦਾ ਨੁਕਸਾਨ ਹੋਏਗਾ। ਜਿਹੜਾ ਤੁਹਾਡਾ ਸਵਾਲ ਹੈ ਵੀ ਇਹਦੀ ਸਰਵਾਈਵਲ ਜਿਹੜੀ ਹੈ ਉਹ ਇਹਦੀ ਸਰਵਾਈਵਲ ਇਹ ਹੈਗੀ ਆ, ਬ੍ਰਿਟਨ ਨੇ ਦੇਖੋ ਉਸ ਟਾਈਮ ਦੇ ਉੱਤੇ ਜਿਹੜਾ ਆਪਣੇ ਬਰਾਊਨ ਸੀਗਾ ਜਾਂ ਉਹਨਾਂ ਨੇ ਇਹਨਾਂ ਦੀ ਜਿਹੜੀ ਮੋਨਿਟਰੀ ਸੀਗੀ ਜਿਹੜੀ ਕਮੇਟੀ, ਉਹਨਾਂ ਨੂੰ ਜਿਹੜਾ ਮੋਨਿਟਰੀ ਫੰਡ ਸੀਗਾ ਯੂਰਪ ਦਾ ਉਹ ਜੁਆਇਨ ਨਹੀਂ ਸੀ ਕੀਤਾ ਫॉर द ਸੇਮ ਰੀਜ਼ਨ ਕਿਉਂਕਿ ਪਾਉਂਡ ਹੱਲੇ ਵੀ ਸਟਰੋਂਗ ਹੀ ਆ ਅਗੇਂਸਟ ਦ ਡਾਲਰ ਐਂਡ ਅਗੇਂਸਟ ਯੂਰੋ। ਉਹਨਾਂ ਨੇ ਦੇਖਿਆ ਸੀ ਵੀ ਸਾਡਾ ਪਾਉਂਡ ਇੰਨਾ ਸਟਰੋਂਗ ਹੈਗਾ, ਅਸੀਂ ਇਹਨਾਂ ਨੂੰ ਜੁਆਇਨ ਕਿਉਂ ਕਰੀਏ। ਉਹ ਜੁਆਇਨ ਨਾ ਕਰਨ। ਮੈਂ ਹੁਣੇ ਆ ਪਿਛਲੇ ਵੀਕ ਹੀ ਹਲੇ ਇੱਕ ਸਪੀਚ ਸੁਣੀ ਸੀ ਗੋਰਡਨ ਬਰਾਊਨ ਦੀ, ਉਹਦੇ ਵਿੱਚ ਵੀ ਉਹਨੇ ਇੰਨੇ ਸਾਲਾਂ ਤੋਂ ਪ੍ਰਾਈਮ ਮਿਨਿਸਟਰ ਹਟਣ ਤੋਂ ਬਾਅਦ ਵੀ ਕਿਹਾ ਵੀ ਦੈਟ ਵਾਜ਼ ਦ ਰਾਈਟ ਡਿਸੀਜਨ ਐਂਡ ਆਈ ਸਟਿਕ ਬਾਈ ਇਟ। ਉਹਦੇ ਦੇਖੋ ਤੇ ਕੱਲ ਸਵਾਲ ਇੱਥੇ ਆਉਂਦਾ, ਜਿਹੜਾ ਇੰਗਲੈਂਡ ਹੈ ਯੂਕੇ ਆ, ਇਹ ਇਕਨੋਮਿਕਲੀ ਤੇ ਬਾਕੀ ਹੋਰ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੈਗੀਆਂ NHS ਤਾਂ ਇਹਨਾਂ ਦਾ ਐਜੂਕੇਸ਼ਨ ਸਿਸਟਮ ਜਾਂ ਜੋ ਕੁਝ ਹੈਗਾ ਇਹ ਬਾਕੀ ਮੁਲਕਾਂ ਦੇ ਮੂੰਹ ਦੇਖਿਆ ਜਾਵੇ ਉਹਨਾਂ ਨਾਲੋਂ ਬਿਹਤਰ ਹੈਗਾ। ਦੇ ਵਿਲ ਸਰਵਾਈਵ, ਇਹਨਾਂ ਨੇ ਸਰਵਾਈਵਲ ਹੋਣਾ ਹੀ ਹੋਣਾ ਹੈਗਾ। ਤੇ ਬਾਕੀ ਦੇ ਮੁਲਕ ਜਿਹੜੇ ਅਮਰੀਕਾ ਵਰਗੇ ਜਾਂ ਕੈਨੇਡਾ ਵਰਗੇ ਜਾਂ ਚੀਨ ਵਰਗੇ ਬਾਕੀ ਦੇ ਉਹ ਮੁਲਕ ਦਾ ਇੱਕ ਪਾਸੇ ਇੱਦਾਂ ਰੈਡੀ ਖੜੇ ਹੈਗੇ ਆ ਟੂ ਡੀਲ ਵਿਦ ਬ੍ਰਿਟਨ। ਮੈਂ ਇਕੱਲੇ ਉਹੀ ਨਹੀਂ, ਮੈਂ ਇਹ ਵੀ ਪਤਾ ਲੱਗਿਆ ਸੀਗਾ ਆਸਟ੍ਰੇਲੀਆ, ਜਾਪਾਨ ਐਂਡ US ਉਹਨਾਂ ਨੇ ਵੀ ਆਫਰ ਕੀਤਾ ਸੀਗਾ ਕਿ ਜਦੋਂ ਹੀ ਤੁਸੀਂ ਬਾਹਰ ਆਉਂਦੇ ਆ ਥਰੀਸਾ ਮੇ ਦੇ ਵੇਲੇ ਹੀ ਕਿ ਤੁਸੀਂ ਘਬਰਾਈ ਨਾ, ਜਦੋਂ ਤੇਰੀ ਕੋਈ ਡੀਲ ਹੁੰਦੀ ਆ ਤੇ ਅਸੀਂ ਤੇਰੇ ਨਾਲ ਜਿਹੜਾ ਸੌਦਾ ਸਮਝੌਤਾ ਕਰਨ ਨੂੰ ਜਾਂ ਤੇ ਨਾਲ ਵਪਾਰ ਕਰਨ ਨੂੰ ਤਿਆਰ ਹੈ। ਕਿਉਂਕਿ ਇਸ ਵੇਲੇ ਬਰਤਾਨੀਆ ਦੇ ਹੱਥ ਵੱਜੇ ਆ, ਇਹ ਯੂਰਪੀਅਨ ਯੂਨੀਅਨ ਤੋਂ ਬਾਹਰ ਨਹੀਂ ਜਾ ਸਕਦੇ ਕਿ ਜੋ ਫੈਸਲਾ ਬ੍ਰਸਲਸ ਨੇ ਕਰਨਾ ਆ। ਪਰ ਬ੍ਰਸਲ ਦੀ ਜਿਹੜੀ ਦਖਲਅੰਦਾਜ਼ੀ ਮੇਰੇ ਖਿਆਲ ਪਿਛਲੇ ਦਿਨਾਂ ਵਿੱਚ ਤੁਸੀਂ ਦੇਖੀ ਵੀ ਹੈਗੀ, ਪਿਛਲੇ ਸਾਲਾਂ ਦੇ ਵਿੱਚ ਸਾਡੀ ਖਾਸ ਤੌਰ ਜੁਡੀਸ਼ਰੀ ਦੇ ਵਿੱਚ ਜਿਹੜੀ ਬ੍ਰਸਲ ਦੀ ਜਿਹੜੀ ਦਖਲਅੰਦਾਜ਼ੀ ਰਹੀ ਆ ਉਹ ਬੜੀ ਘਾਤਕ ਰਹੀ ਆ। ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਣੇ ਡਸਟਬਿਨ ਲੈ ਗਿਆ, ਉਹਨਾਂ ਦੇ ਰੰਗ ਕੀ ਹੋਣੇ ਚਾਹੀਦੇ, ਉਹਦਾ ਕਲਰ ਕੀ ਹੋਣਾ ਚਾਹੀਦਾ, ਉਹਦਾ ਸਾਈਜ਼ ਕੀ ਹੋਣਾ ਚਾਹੀਦਾ, ਇਹ ਦਖਲਅੰਦਾਜ਼ੀ ਵੀ ਐਨੀ ਮੇਰੇ ਖਿਆਲ। ਦੇਖੋ ਆਪਾਂ ਨੂੰ ਨਾ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਦਖਲਅੰਦਾਜ਼ੀ। ਤੁਸੀਂ ਉਸ ਯੂਨੀਅਨ ਦੇ ਮੈਂਬਰ ਆ ਔਰ ਤੁਹਾਨੂੰ ਉਸ ਯੂਨੀਅਨ ਦੇ ਵਿੱਚ ਹੱਕ ਆ ਕਿ ਉਹਦੇ ਤੇ ਕਾਨੂੰਨ ਕਿਹੜੇ ਪਾਸ ਹੁੰਦੇ ਆ। ਔਰ ਤੁਸੀਂ ਐਜ਼ ਏ ਬ੍ਰਿਟਨ ਜੇ ਉਸ ਕਲੱਬ ਦਾ ਮੈਂਬਰ ਆ ਤੇ ਇਹਨੂੰ ਉਸ ਕਲੱਬ ਦੇ ਜਿਹੜੇ ਕਾਨੂੰਨ ਹੈਗੇ ਆ ਉਹ ਵੀ ਮੰਨਣੇ ਪੈਣਗੇ। ਜੇ ਉਹ ਕਹਿ ਦੇਣਗੇ ਕਿ ਡਸਟਬਿਨ ਸਾਰੇ ਕਾਲੇ ਹੋਣੇ ਚਾਹੀਦੇ ਆ ਤੇ ਉਹ ਬ੍ਰਿਟਨ ਨੇ ਵੀ ਵਿੱਚ ਹਿੱਸਾ ਲਿਆ ਹੈਗਾ ਉਹ ਕਾਨੂੰਨ ਬਣਾਉਣ ਦੇ ਲਈ। ਇਸ ਲਈ ਆਈ ਥਿੰਕ ਆਪਾਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ ਕਿ ਉਹ ਦਖਲਅੰਦਾਜ਼ੀ ਜੀ ਇਹ ਉਹ ਆ। ਅੱਛਾ, ਦੂਸਰੀ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ ਆਪਣੀ ਹੁਣ ਆਪਾਂ ਬ੍ਰਿਟਨ ਨੂੰ ਆਪਣਾ ਹੀ ਸਮਝਦੇ ਨਾ ਕਿ ਸਾਡੀ ਜਿਹੜੀ ਸਰਵਾਈਵਲ ਆ ਉਹਦੇ ਤੇ ਵੀ ਬਹੁਤ ਵੱਡਾ ਕੁਐਸਚਨ ਮਾਰਕ ਆ। ਦੇਖੋ ਦੁਨੀਆ ਦੇ ਵਿੱਚ ਬ੍ਰਿਟਨ ਦੀ ਇਕਨੋਮੀ ਬਹੁਤ ਸਟਰੋਂਗ ਹੈਗੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਜੀ। ਲੇਕਿਨ ਇਹ ਜਿੱਦਾਂ ਮਰਵਾਹਾ ਸਾਹਿਬ ਨੇ ਕਿਹਾ ਕਿ ਇਹ ਉਹ ਜਿਹੜੀ ਯੂਰਪੀਅਨ ਜਿਹੜੀ EEC ਸੀਗੀ ਯੂਰਪੀਅਨ ਉਹਦੇ ਵਿੱਚ ਕਿਉਂ ਆਉਣਾ ਚਾਹੁੰਦੇ ਸੀ ਬਾਰ-ਬਾਰ, ਉਹ ਇਸ ਲਈ ਕਿ ਬਈ ਇਹਨਾਂ ਨੂੰ ਦਿਸਦਾ ਸੀਗਾ ਕਿ ਬਈ ਅਸੀਂ ਜਿਹੜੀ ਸਾਡੀ ਸਟਰੈਂਥ ਆ ਮਾਰਕੀਟ ਉਹ ਇਹਨਾਂ ਦੇ ਨਾਲ ਰਲ ਕੇ ਜ਼ਿਆਦਾ ਆ। ਹੁਣ ਜੇ ਤੁਸੀਂ ਇਹ ਦੇਖੋ ਕਿ ਬਈ ਇਹ ਨਿਕਲਣਾ ਕਾਹਤੇ ਚਾਹੁੰਦੇ ਆ, ਇਹ ਸਵਾਲ ਜੇ ਪੁੱਛਿਆ ਜਾਵੇ ਵੀ ਉਹ ਇਹ ਸਵਾਲ ਨਿਕਲਣ ਦਾ ਉੱਠਿਆ ਹੀ ਕਿਉਂ, ਇਹ ਤਾਂ ਪਤਾ ਹੀ ਆ। ਇਹ ਉੱਠਿਆ ਇਸ ਲਈ ਨਹੀਂ ਕਿ ਬਈ ਇਕਨੋਮੀ ਦਾ ਰੀਜ਼ਨ ਨਹੀਂ ਸੀਗਾ, ਇਹ ਉੱਠਿਆ ਇਸ ਲਈ ਕਿ ਜਿਹੜੀ ਇਮੀਗ੍ਰੇਸ਼ਨ ਸੀਗੀ ਨਾ ਈਸਟਰਨ ਯੂਰਪ ਤੋਂ ਫ੍ਰੀ ਮੂਵਮੈਂਟ ਜਿਹੜਾ ਸਵਾਲ ਸੀਗਾ ਉਹਦੇ ਕਰਕੇ ਫਰਾਜ ਵਰਗਿਆਂ ਨੇ
ਇਹ ਸਵਾਲ ਉਠਾਇਆ ਕਿ ਅਸੀਂ ਇਹ ਚੋਂ ਨਿਕਲ ਉਹਦੇ ਜਾਈਏ। ਵਿੱਚ ਇਹ ਵੀ ਗੱਲ ਹੋਈ ਆ, ਮੇਰੇ ਖਿਆਲ ਵਾਹ ਜੀ ਇਸ ਗੱਲ ਨਾਲ ਸਹਿਮਤ ਹੋਣਗੇ, ਫ੍ਰੀ ਮੂਵਮੈਂਟ ਦੇ ਵਿੱਚ ਜਿਹੜਾ ਵੀ ਜਣਾ ਖਾਣਾ ਉੱਠਿਓ, ਲਿਥੂਏਨੀਆ ਤੋਂ ਆ ਗਿਆ, ਰੋਮੇਨੀਆ ਤੋਂ ਆ ਗਿਆ, ਗ੍ਰੀਸ ਤੋਂ ਆ ਗਿਆ, ਉਹਨਾਂ ਨੂੰ ਹਰ ਬੈਨੀਫਿਟ ਦੇਣ ਦਾ ਕੋਸ਼ਿਸ਼ ਕੀਤੀ ਆ। ਇਹਦਾ ਪੁਆਇੰਟ ਜਿਹੜਾ ਬਲਦੇਵ ਬਣਾਉਂਦਾ ਉਹ ਗੱਲ ਜਿਹੜੀ ਪਹਿਲੇ ਆਂਦੀ ਈਸਟਰਨ ਯੂਨੀਅਨ ਜਿਹੜੀ ਗਰੀਬ ਕੰਟਰੀਆਂ, ਪੀਪਲ ਸਟਿਲ ਵਾਂਟ ਟੂ ਕਮ ਟੂ ਬ੍ਰਿਟਨ। ਯੈਸ ਡੈਫੀਨਿਟਲੀ। ਹਾਂਜੀ, ਭਾਵੇਂ ਜਰਮਨ ਦੀ ਇਕਨੋਮੀ ਤਕੜੀ ਹੈ, ਫਰਾਂਸ ਦੀ ਇਕਨੋਮੀ ਤਕੜੀ ਹੈ, ਇਟਲੀ ਤਕੜੀ ਹੈ, ਪੀਪਲ ਸਟਿਲ ਵਾਂਟ ਟੂ ਕਮ ਟੂ ਬ੍ਰਿਟਨ। ਬਿਲਕੁਲ ਬਿਲਕੁਲ। ਉਹ ਤੁਸੀਂ ਜਾ ਕੇ ਦੇਖੋ ਕੈਲੇ ਦੇ ਉੱਤੇ ਜਿਹੜਾ ਜੰਗਲ ਹੈਗਾ, ਕਿੰਨੇ ਹਜ਼ਾਰ ਲੋਕ ਹਲੇ ਵੀ ਬੈਠੇ ਹੈਗੇ ਆ, ਉਹ ਦਿਨ ਰਾਤ ਤੱਕਦੇ ਆ ਕਿ ਕਿਹੜੀ ਲੋਰੀ 'ਚ ਬੈਠ ਕੇ ਅਸੀਂ ਇੰਗਲੈਂਡ ਨੂੰ ਚੱਲ ਜਾਈਏ। ਐਗਜ਼ੈਕਟਲੀ। ਅੱਛਾ, ਸਮੱਸਿਆ ਇਹ ਸੀਗੀ ਕਿ ਬਈ ਜਿਹੜੀ ਇਮੀਗ੍ਰੇਸ਼ਨ ਦੀ ਸਮੱਸਿਆ ਆ ਉਹਨੂੰ ਹੱਲ ਕੀਤਾ ਜਾਵੇ, ਨਾ ਕਿ ਉਹਦੇ ਵਿੱਚੋਂ ਯੂਰਪੀਅਨ ਯੂਨੀਅਨ ਚੋਂ ਬਾਹਰ ਨਿਕਲਿਆ ਜਾਵੇ। ਉਹ ਜਿਹੜੀ ਸਮੱਸਿਆ ਸੀਗੀ ਉਹ ਬ੍ਰਿਟਨ ਹੱਲ ਨਹੀਂ ਕਰ ਸਕਿਆ। ਉਹ ਹਲੇ ਵੀ ਨਹੀਂ, ਹਜੇ ਵੀ ਨਹੀਂ ਕਰ ਸਕੇ। ਨੋ, ਪਰ ਥੋੜਾ ਜਿਹਾ ਠੱਲ ਤਾਂ ਪੈ ਹੀ ਗਿਆ ਨਾ। ਹਾਂਜੀ, ਪਰ ਫਿਰ ਵੀ ਬਾਹਰ ਨਿਕਲਣ ਦੇ ਨਾਲ ਵੀ ਦੇਖੋ ਜਿਹੜੀ ਇਹਨਾਂ ਦੀ ਲੋੜ ਆ, ਜਿਸ ਇਮੀਗ੍ਰੇਸ਼ਨ ਦੀ ਲੋੜ ਆ, ਡਾਕਟਰਸ ਦੀ, ਨਰਸਿਸ ਦੀ, ਕਰਾਫਟਸਮੈਨ ਜੋ ਹੈਗੇ ਆ, ਉਹ ਹਲੇ ਵੀ ਇਹਨਾਂ ਨੂੰ ਲੋੜ ਹੈਗੀ ਆ, ਉਹ ਆਉਣਗੇ। ਖੈਰ ਇਹ ਗਾਹਾਂ ਦੀ ਗੱਲ। ਸਾਥੀਓ, ਸਮਾਂ ਹੁਣ ਇਹ ਹੈਗਾ ਕਿ ਅਸੀਂ ਹਲੇ ਸਾਨੂੰ ਕੁਛ ਨਹੀਂ ਪਤਾ ਕੀ ਹੋਣਾ। ਤੁਹਾਡੇ ਖਿਆਲ ਦੇ ਵਿੱਚ ਕੀ ਹੋਣਾ ਉਮੀਦ ਕੀਤੀ ਜਾ ਸਕਦੀ ਆ? ਉਮੀਦ ਇਹ ਹੋ ਸਕਦੀ ਹੈਗੀ ਹੈ ਜਿਹੜੀਆਂ 2-3 ਗੱਲਾਂ ਜਿਹੜੀਆਂ ਹੋਈਆਂ ਹੁਣ ਆਹ ਜਿਹੜਾ ਬਿੱਲ ਦੇ ਹਿਸਾਬ ਦੇ ਵਿੱਚ ਇਹਦੇ ਉਹ ਹੋਈਆਂ ਹੈਗੀਆਂ ਕਿਉਂਕਿ ਯੂਰਪੀਅਨ ਯੂਨੀਅਨ ਵੱਲੋਂ ਕਹਾਂਗੇ ਵੀ ਦਿਸ ਇਜ਼ ਦ ਬਿੱਲ। ਹਾਂਜੀ, ਦਿਸ ਇਜ਼ ਗੋਇੰ ਟੂ ਬੀ ਨੋ ਚੇਂਜਸ ਟੂ ਦੈਟ। ਬਿੱਲ ਨੂੰ ਨਹੀਂ ਚੇਂਜ ਹੋਣਾ ਹੈਗਾ, ਤੇ ਇਹ ਹੈਗਾ ਵੀ ਇਹਦੀ ਹੁਣ ਹੈਗਾ ਵੀ ਇਹਦਾ ਕੀ ਹੱਲ ਹੋ ਸਕਦਾ। ਇੱਕ ਸੈਕੰਡ ਰੈਫਰੈਂਡਮ ਹੋਵੇ, ਜੇ ਇਸ ਕਰਕੇ ਆ ਜਿਹੜਾ ਬਿੱਲ ਆ ਨਾ, ਕਿਉਂਕਿ ਪਹਿਲਾਂ ਤਾਂ ਜੈਸ ਨੋ ਸੀ ਨਾ ਵੀ ਹਾਂਜੀ ਕਸਟਮ ਯੂਨੀਅਨ ਜਾਂ ਫਲਾਣਾ ਜਾਂ ਜੋ ਵੀ ਹੈਗਾ ਤੇ ਇਹਦੀ ਵਰਡਿੰਗ ਹੈਗੀ ਆ, ਉਹ ਵਰਡਿੰਗ ਲੈ ਕੇ ਇਹਦੇ ਤੇ ਦੁਨੀਆ ਨੂੰ ਕੀਤਾ ਜਾਵੇ। ਜੇ ਇਹ ਨਹੀਂ ਹੋਣਾ ਨਾ ਤੇ ਫਿਰ ਹੈਗਾ ਸੈਕੰਡ ਹੈਗਾ ਜਨਰਲ ਇਲੈਕਸ਼ਨ। ਜਨਰਲ ਇਲੈਕਸ਼ਨ ਦੇ ਵਿੱਚ ਵੀ ਇਹ ਸਵਾਲ ਆਉਣਾ ਸਭ ਤੋਂ ਉੱਪਰ ਇਹ ਸਵਾਲ ਆਉਣਾ ਹੈਗਾ। ਸੋ ਈਦਰ ਵੇ ਵੀ ਜਾਣੀ ਚਾਹੇ ਜਨਰਲ ਇਲੈਕਸ਼ਨ ਚਾਹੇ ਜੇ ਰੈਫਰੈਂਡਮ ਨਹੀਂ ਹੋਣਾ, ਜਨਰਲ ਇਲੈਕਸ਼ਨ ਦੇ ਵਿੱਚ ਮਤਲਬ ਇਹ ਚੀਜ਼ ਨੂੰ ਮੂਹਰੇ ਲਿਆ ਕੇ ਲੋਕਾਂ ਦੀ ਵੋਟਿੰਗ ਜਿਹੜੀ ਆ ਉਹ ਇਹਦੇ ਤੇ ਹੀ ਜ਼ਿਆਦਾ ਭਾਰੀ ਹੋਵੇਗੀ ਵੀ ਅਸੀਂ ਯੂਰਪ ਚੋਂ ਨਿਕਲਣਾ ਹੈਗਾ, ਪਰ ਕਿਸ ਤਰੀਕੇ ਦੇ ਨਾਲ ਨਿਕਲਣਾ। ਬਨਵਾਸ ਸਾਹਿਬ, ਜੇਕਰ ਇਲੈਕਸ਼ਨ ਜਿਹੜੀ ਆ ਉਹ ਪਾਰਲੀਮੈਂਟ ਦੀ ਸਿਚੁਏਸ਼ਨ ਉਹੀ ਰਹਿੰਦੀ ਆ ਜੋ ਇਸ ਵੇਲੇ ਆ, ਉਹ ਤਾਂ ਮੁੜ ਘੇੜ ਕੇ ਫੇਰ ਉੱਥੇ ਹੀ ਗੱਲ ਆ ਜਾਂਦੀ ਆ। ਮੇਰੇ ਹਿਸਾਬ ਨਾਲ ਮੈਂ ਕਹੂੰਗਾ ਕਿ ਬਈ ਉਹਨੂੰ ਸੈਕੰਡ ਰੈਫਰੈਂਡਮ ਨਾ ਕਹੋ, ਉਹਨੂੰ ਪੀਪਲਜ਼ ਵੋਟ ਜਿਹੜਾ ਨਾ ਇਹਨਾਂ ਨੇ ਸ਼ਬਦ ਵਰਤਿਆ, ਉਹ ਕਹੋ ਕਿ ਜਦ ਤੁਹਾਡੇ ਕੋਲ ਸਟੇਲਮੇਟ ਆ ਕਿ ਤੂੰ ਪਾਰਲੀਮੈਂਟ 'ਚ ਕੁਝ ਨਹੀਂ ਹੋ ਰਿਹਾ, ਜਿਹੜੀ ਮਿਸਿਸ ਮੇ ਵੀ ਸੀਗੀ ਉਹਨੂੰ ਇਹ ਕਹਿ ਦੇਣਾ ਚਾਹੀਦਾ ਸੀ ਵੀ ਮੈਂ ਬ੍ਰਿਟਿਸ਼ ਲੋਕਾਂ ਤੋਂ ਪੁੱਛਦੀ ਹਾਂ ਕਿ ਮੇਰਾ ਡੀਲ ਚੰਗਾ ਆ ਜਾਂ ਨਹੀਂ ਚੰਗਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਕਿਸੇ ਪਾਸੇ ਵੀ ਨਹੀਂ ਪਹੁੰਚ ਰਿਹਾ। ਉਹਨੇ ਕਿਉਂ ਨਹੀਂ ਕੀਤਾ? ਤੁਹਾਡੀ ਗੱਲ 'ਚ ਮੈਂ ਜਿਹੜੀ ਕੁਲਦੀਪ ਸਿੰਘ ਗੱਲ ਹੁਣੇ ਕਰਕੇ ਗਏ ਹੈਗੇ ਆ, ਜਿਹੜੇ ਲੋਕਾਂ ਨੂੰ ਇੰਟਰਸਟ ਹੈ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਡੀਲ ਕਿਹੜੀ ਚੰਗੀ ਆ ਸਾਡੇ ਵਾਸਤੇ ਕਿ ਕਿਹੜੀ ਚੰਗੀ ਨਹੀਂ, ਤਾਂ ਹੀ ਤੁਹਾਨੂੰ ਐਮਪੀ ਬਣਾ ਕੇ ਭੇਜਿਆ। ਨਹੀਂ ਉਹਦੇ 2 ਸੈਕਿੰਡ ਦੀ ਗੱਲ ਉਹਦੇ 'ਚ ਇਹ ਆਉਂਦੀ ਹੈਗੀ ਆ ਵੀ ਜਿਹੜਾ ਉਹ ਸੀਗੀ ਡੀਲ, ਕਿਉਂਕਿ ਥੀਰੇਜ਼ਾ ਮੇ ਨੇ ਸਨੈਪ ਇਲੈਕਸ਼ਨ ਕੀਤੀ ਜੀ ਵਿਦ ਉਹਦੇ ਦਿਮਾਗ 'ਚ ਇਹ ਸੀ ਵੀ ਮੈਨੂੰ ਐਨੀ ਮੈਂਡੇਟਰੀ ਮਿਲ ਜਾਣੀ ਹੈ ਤੇ ਐਨੀ ਮੈਨੂੰ ਵੋਟਿੰਗ ਦੀ ਮੈਜੋਰਟੀ ਮਿਲ ਜਾਣੀ ਹੈ ਤੇ ਆਹ ਸਾਰਾ ਕੁਝ ਮੈਂ ਫਟਾਫਟ ਪਾਸ ਕਰ ਦੇਣਾ, ਰਾਈਟ। ਉਹ ਚੀਜ਼ ਨਹੀਂ ਹੋਈ। ਹੁਣ ਉਸੇ ਚੀਜ਼ ਤੋਂ ਥੀਰੇਜ਼ਾ ਮੇ ਵੀ ਡਰਦੀ ਸੀ ਤੇ ਡਰਦਾ ਜੌਨਸਨ ਵੀ ਹੈ, ਜੈਰਮੀ ਕੋਰਬਨ ਵੀ ਡਰਦਾ, ਡਰਦੇ ਸਾਰੇ ਹੀ ਆ। ਉਹ ਹੈਗਾ ਵੀ ਕੋਈ ਤੇਰੀ ਦੇਖੋ ਜਿਹੜੇ ਤਾਂ ਹੁਣ ਇੱਕ ਸੈਕਿੰਡ ਲਈ ਜਿਹੜੇ 21 ਬੰਦੇ ਇਹਨੇ ਬਾਹਰ ਕੱਢਦੇ ਸੀ ਜਿਹਨਾਂ ਦੇ ਵਿਪ ਵਿਦਡਰੋ ਕਰ ਲੈ ਤਾਂ ਕਿ ਵੀ ਉਹਨੇ ਵੋਟ ਉਹਨਾਂ ਦੇ ਨਾਲ ਨਹੀਂ ਪਾਈ, ਹੁਣ ਉਹ ਐਜ਼ ਏ ਇੰਡੀਪੈਂਡੈਂਟ ਬੈਠੇ ਆ। ਹੁਣ ਜੇ ਉਹ ਇਹਨੂੰ ਸਪੋਰਟ ਕਰਦੇ ਆ ਇਸ ਬਿੱਲ ਨੂੰ, ਕਾਹਦੇ ਲਈ ਕਰਦੇ ਆ? ਬਿਕੋਜ਼ ਦੇ ਵਾਂਟ ਟੂ ਸੇਫਗਾਰਡ देयर ਸੀਟ, ਸੋ ਦੇ ਵਾਂਟ ਟੂ ਗੈਟ ਬੈਕ ਇਨਟੂ ਦ ਕੰਜ਼ਰਵੇਟਿਵ ਪਾਰਟੀ। ਅੱਛਾ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ, ਤੇ ਦੂਸਰੇ ਪਾਸੇ ਹੈਗੇ ਵੀ ਹੁਣ ਜਿਹੜੇ ਰਿਮੇਨਰ ਉਹ ਕੌਣ ਕਰਨਗੇ? ਦੇਖੋ ਲੋਕਾਂ ਦਾ ਝੁਕਾਅ ਕਿਤੇ ਨੂੰ ਜਾਂਦਾ ਕੀ ਆ, ਬਟ ਤੇ ਇਸ ਵੇਲੇ ਜਿਹੜਾ ਮਤਲਬ ਡਿਫਰੈਂਸ ਹੈਗਾ ਉਹ ਸਕਰੀਨ 6 ਜਾਂ 7% ਦਾ ਹੈਗਾ ਬਿਟਵੀਨ ਦ ਟੂ ਮੇਜਰ ਪਾਰਟੀਜ਼। ਆਪਾਂ ਹਾਂਜੀ ਅਖੀਰ ਕਹਿ ਸਕਦੇ ਆ ਵੀ ਜਿਹੜਾ ਸੁਪਨਾ ਸ਼ਾਇਦ ਇਲੈਕਸ਼ਨ ਜਿੱਤਣ ਵਾਸਤੇ ਡੇਵਿਡ ਕੈਮਰਨ ਨੇ ਲਿਆ ਸੀ ਕਿ ਲੋਕਾਂ ਨੂੰ ਚਲੋ ਹੁਣ ਲਾਰਾ ਹੀ ਕਹਿ ਦਈਏ ਕਿ ਸਾਨੂੰ ਜਿਤਾਓ ਤੇ ਅਸੀਂ ਰੈਫਰੈਂਡਮ ਕਰਾਵਾਂਗੇ, ਜਿਹੜਾ ਉਹ ਸੁਪਨਾ ਲਿਆ ਸੀ ਉਹ ਸੁਪਨਾ ਤੁਹਾਨੂੰ ਲੱਗਦਾ ਕਿ ਉਹ ਇੰਨਾ ਸੌਖਾ ਨਹੀਂ ਸੀਗਾ ਜਾਂ ਉਹ ਇੰਨਾ ਈਜ਼ੀਲੀ ਅਚੀਵ ਜਾਂ ਪ੍ਰਾਪਤ ਕਰਨ ਵਾਲਾ ਨਹੀਂ ਸੀਗਾ? ਚੰਦਰਪਾਲ ਜੀ, ਮੈਂ ਇਹ ਓਪਨਲੀ ਕਹੂੰਗਾ ਕਿ ਜਦੋਂ ਵੀ
ਨੇਸ਼ਨ ਦੇ ਸਵਾਲ ਉੱਠਦਾ ਨਾ ਵੱਡੇ ਵੱਡੇ, ਕਦੇ ਵੀ ਇਹ ਜਿਹੇ ਸਵਾਲ ਰੈਫਰੈਂਡਮ ਦੇ ਨਾਲ ਸੋਲਵ ਨਹੀਂ ਹੁੰਦੇ, ਕਿਉਂਕਿ ਰੈਫਰੈਂਡਮ ਕੀ ਕਹਿੰਦਾ, ਹਾਂ ਜਾਂ ਨਾ, ਠੀਕ ਹੈ। ਪਰ ਜੇ ਹਾਂ ਜਾਂ ਨਾ ਦਾ ਮਸਲਾ ਹੋਵੇ ਫਿਰ ਤਾਂ ਸੌਖਾ ਹੀ ਕੰਮ ਆ। ਲੇਕਿਨ ਜਿਹੜੀ ਇਕਨੋਮੀ ਆ ਉਹਦੇ ਵਿੱਚ ਜਿਹੜੇ ਲੋਕਾਂ ਦੇ ਨਾਲ, ਬਾਹਰਲੇ ਮੁਲਕਾਂ ਦੇ ਨਾਲ ਤੁਹਾਡੇ ਸੰਬੰਧ ਹੈਗੇ, ਡਿਫੈਂਸ ਡੀਲਿੰਗਸ ਹੈਗੀਆਂ, ਇੱਕ ਮੁਲਕ ਦਾ ਹਰ ਇੱਕ ਚੀਜ਼ ਦੂਜੇ ਮੁਲਕਾਂ ਦੇ ਨਾਲ ਐਨ ਫਸੀ ਪਈ ਆ, ਤੇ ਉਹਨੂੰ ਤੁਸੀਂ ਯੈਸ ਔਰ ਨੋ ਦੇ ਵਿੱਚ ਬਦਲ ਦੇਣਾ, ਉਹ ਕਦੇ ਵੀ ਸਮੱਸਿਆ ਦਾ ਹੱਲ ਨਹੀਂ ਕਰਦਾ। ਔਰ ਇਸ ਚੀਜ਼ ਤੋਂ ਇਹ ਪੂਰੇ ਦਾ ਪੂਰਾ ਯਕੀਨ ਹੋ ਗਿਆ ਕਿ ਕਦੇ ਵੀ ਕੋਈ ਵੀ ਮੁਲਕ ਆਪਣੇ ਮੁਲਕ ਦੇ ਵਿੱਚ ਰੈਫਰੈਂਡਮ ਨਾ ਕਰਾਵੇ। ਥੋੜਾ ਜਿਹਾ ਮਨਵਾਜ ਜੀ ਆਪਾਂ ਨਹੀਂ, ਮੈਂ ਇੱਕ ਇਹਦੇ ਚ ਗੱਲ ਦੇਖੋ, ਜਿਹੜੀ ਜਮਹੂਰੀਅਤ ਨਹੀਂ ਅੱਖਾਂ ਮਿੱਟੀ ਨਾ ਕਰਾਵੇ, ਪਰ ਪੂਰੀ ਪਲੈਨਿੰਗ ਨਾ ਕਰੇ। ਜਮਹੂਰੀਅਤ ਜਿਹੜੀ ਸਾਨੂੰ ਆਹ ਚੀਜ਼ ਚਾਹੀਦੀ ਆ, ਉਹੀ ਯੈਸ ਔਰ ਨੋ ਦਾ ਹੈ ਨਹੀਂ। ਉਹਦੇ ਚ ਬਲਦੇਵ ਜੀ ਇਹੀ ਹੁੰਦਾ ਵੀ ਡੈਮੋਕ੍ਰੇਸੀ ਜਾਂ ਅੰਗਰੇਜ਼ਾਂ ਦੇ ਕਹਿਣਗੇ ਡੈਮੋਕ੍ਰੇਸੀ ਇਜ਼ ਅ ਵੰਡਰਫੁਲ ਥਿੰਗ ਇਫ ਇਟ ਵਰਕਸ ਫॉर ਯੂ। ਹਾਂਜੀ, ਜੇ ਤਾਂ ਤੁਹਾਡੇ ਹੱਕ 'ਚ ਵੋਟ ਪੈ ਗਈ ਫਿਰ ਤਾਂ ਜੀ ਡੈਮੋਕ੍ਰੇਸੀ ਬਹੁਤ ਸੋਹਣੀ ਹੈ। ਜੇ ਤੁਹਾਡੇ ਖਿਲਾਫ ਨਹੀਂ ਕਹਿਣੀ, ਨਹੀਂ ਜੀ ਲੋਕਾਂ ਨੂੰ ਭੁਲੇਖਾ ਪਾਇਆ ਸੀ, ਲੋਕਾਂ ਨੇ ਝੂਠ ਬੋਲਿਆ ਸੀ ਫਲਾਣਾ, ਸੋ ਥੀਸ ਥਿੰਗਸ ਕਮ ਇਨ। ਬਟ ਐਂਡ ਆਫ ਦਾ ਡੇ ਜਿਹੜੀ ਜਮਹੂਰੀਅਤ ਹੈਗੀ ਆ ਨਾ, ਤੇ ਉਹ ਇਹਦੇ ਨਾਲ ਹੈਗਾ। ਪਰ ਇਹਦੇ 'ਚ ਇੱਕ ਹੋਰ ਸ਼ਿੰਦਰਪਾਲ ਜੀ ਸਵਾਲ ਖਤਮ ਇੱਥੇ ਨਹੀਂ ਹੁੰਦਾ ਹੈਗਾ। ਹਾਂ ਤੁਸੀਂ ਦੱਸੋ ਕੀ ਕਹਿਣਾ ਸੀ। ਮੈਂ ਇਹੀ ਕਹਿਣਾ ਚਾਹੁੰਦਾ ਕਿ ਚਲੋ ਸਾਰਾ ਮਾਮਲਾ ਨਜਿੱਠਿਆ ਜਾਂਦਾ, ਡੀਲ ਹੋ ਜਾਂਦੀ ਆ, ਬੋਰਿਸ ਜੌਨਸਨ ਜਿੱਤ ਜਾਂਦਾ, ਅਸੀਂ ਬਾਹਰ ਹੋ ਜਾਂਦੇ ਆ, ਪਰ ਫਿਰ ਵੀ ਉਹਦੇ ਵਾਸਤੇ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ ਹੈਗਾ ਆ ਕਿ ਜਦ ਤੱਕ ਸਾਰੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਲੂਜ਼ ਐਂਡਸ ਆ ਉਹ ਐਨ ਟਾਈ ਅਪ ਕੀਤੇ ਜਾਣ, ਜਿਹਦਾ ਕਿ 31 ਦਸੰਬਰ 2020 ਤੱਕ ਉਮੀਦ ਹੈਗੀ ਆ, ਜਿਹਨੂੰ ਆਪਾਂ ਕਹਿੰਦੇ ਆ ਟ੍ਰਾਂਜੀਸ਼ਨ ਪੀਰੀਅਡ। ਪਰ ਜਿਹੜੀ ਹੁਣ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਕਿ ਉਸ ਟ੍ਰਾਂਜੀਸ਼ਨ ਪੀਰੀਅਡ ਉੱਤੇ ਵੀ ਕੋਈ ਅਸਰ ਪਵੇਗਾ ਇਹਨਾਂ ਚੀਜ਼ਾਂ ਦਾ। ਉਹਦੇ ਉਹਦਾ ਸਿਰਫ ਇੰਨਾ ਹੀ ਹੈਗਾ ਵੀ ਜੇ 31 ਅਕਤੂਬਰ ਨੂੰ ਬਾਹਰ ਨਿਕਲਦੇ ਆ ਨਾ, ਤੇ ਉਹਦਾ ਟ੍ਰਾਂਜੀਸ਼ਨ ਪੀਰੀਅਡ ਜਿਹੜਾ ਹੈਗਾ ਉਹ ਐਂਡ ਆਫ 2020 ਤੱਕ ਹੈਗਾ, ਜਿਹਦੇ ਵਿੱਚ ਜਿਹੜਾ ਆਹ ਬਿੱਲ ਆ ਇਹਦੀ ਨਿਟੀ ਗ੍ਰਿਟੀ ਬਿਟਸ ਐਂਡ ਪੀਟਸ ਨਟਸ ਐਂਡ ਬੋਲਟਸ ਜਿਹੜੇ ਟਾਈਡ ਅਪ ਕਰਨੇ ਆ, ਇਹ ਉਹ ਟ੍ਰਾਂਜੀਸ਼ਨ ਪੀਰੀਅਡ ਆ। ਅੱਛਾ, ਹੁਣ ਉਹਦੇ ਚ ਇਹ ਆ ਕੇ ਕਹਿੰਦੇ ਹੈਗੇ ਆ ਵੀ ਦੀ ਓਪੀਨੀਅਨ ਹੈਗਾ ਇਹ ਵੀ ਜਿਹੜਾ ਟ੍ਰਾਂਜੀਸ਼ਨ ਪੀਰੀਅਡ ਇਜ਼ ਨਾਟ ਲੌਂਗ ਇਨਫ, ਤੇ ਉਹਨੂੰ ਵੀ ਸ਼ਾਇਦ ਇਹਨਾਂ ਨੂੰ ਐਕਸਟੈਂਸ਼ਨ ਲੈਣੀ ਪਵੇ। ਹੁਣ ਇਸ ਵੇਲੇ ਪਾਰਲੀਮੈਂਟ ਦੇ ਇਹ ਵੀ ਕੱਲ ਡਿਸਕਸ਼ਨ ਦੇ ਵਿੱਚ ਆਇਆ ਸੀ, ਅਗਰ ਉਹਨੂੰ ਵੀ ਐਕਸਟੈਂਸ਼ਨ ਕਰਨਾ ਪਿਆ ਗਿਆ, ਵਾਈ ਡੋਂਟ ਯੂ ਡੀਲ ਵਿਦ ਇਟ ਨਾਓ। ਚੰਦਰਪਾਲ ਜੀ, ਇਹ ਜਿਹੜੀ ਚੀਜ਼ ਹੈਗੀ ਹੈ ਨਾ ਕਿ ਜੇ 31 ਇਸ ਮਹੀਨੇ ਦੀ 31 ਤਰੀਕ ਨੂੰ ਬੋਰਿਸ ਜੌਨਸਨ ਬਾਹਰ ਵੀ ਨਿਕਲ ਜਾਂਦਾ, ਇਹ ਸਮੱਸਿਆਵਾਂ ਦਾ ਹੱਲ ਨਹੀਂ ਹੈਗਾ। ਸਮੱਸਿਆਵਾਂ ਸ਼ੁਰੂ ਹੋਣੀਆਂ 1 ਤਰੀਕ ਨੂੰ, ਕਿਉਂਕਿ ਉਹ ਤਾਂ ਤੁਸੀਂ ਫੈਸਲਾ ਕਰ ਲਿਆ ਵੀ ਅਸੀਂ ਬਾਹਰ ਆ ਗਏ ਹਾਂ। ਉਹ ਤੋਂ ਬਾਅਦ ਯਾਰ ਜਿੰਨੇ ਵੀ ਇਹਨਾਂ ਦੀਆਂ ਪਹਿਲਾਂ ਦੀਆਂ ਕਿੰਨਾ 40-50 ਸਾਲ ਹੋ ਗਏ ਆ, ਉਹ ਡੀਲਿੰਗਸ ਜਿਹੜੀਆਂ ਆ ਉਹਨਾਂ ਨੂੰ ਡਿਸਟੈਂਗਲ ਕਰਨ ਦੇ ਲਈ ਕੀ ਕੁਛ ਨਹੀਂ ਕਰਨਾ ਪਊਗਾ। ਹਰ ਇੱਕ ਚੀਜ਼ ਤੇ ਇਹਨਾਂ ਨੂੰ ਡਿਸਕਸ਼ਨ ਕਰਨਾ ਪਊਗਾ। ਡਿਫੈਂਸ ਦੀ ਜਿਹੜੀ ਆ ਉਹ ਅੱਗੇ ਸਾਂਝੀ ਸੀਗੀ, ਉਹਨੂੰ ਜੁਦੇ ਕਿੱਦਾਂ ਕਰਨਾ, ਇੰਟੈਲੀਜੈਂਸੀ ਆ, ਸਭ ਕੁਛ ਆ। ਜਿਹੜੇ ਐਜੂਕੇਸ਼ਨ ਸਿਸਟਮ ਆ ਜਿਹੜਾ ਹੈਗਾ ਆ, ਨੈਸ਼ਨਲ ਹੈਲਥ ਸਰਵਿਸ ਆ, ਉਹ ਇੱਕ ਦੂਸਰੇ ਦੇ ਨਾਲ ਸੰਬੰਧ ਸੀਗੇ ਕਿ ਉਹਨਾਂ ਨੂੰ ਜੁਦੇ, ਉਹ ਜਿਹੜੇ ਡਿਸਕਸ਼ਨ ਹੋਣੇ ਆ ਨਾ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ, ਇਹਦੇ ਨਾਲੋਂ ਵੀ ਭੈੜੇ ਹੋਣੇ ਆ। ਉਹਦੇ 'ਚ ਇੱਕ ਵਿੱਚ ਤੁਸੀਂ ਮਿਸ ਕਰ ਗਿਆ, ਉਹ ਹੈਗਾ ਵਿਗਿਆਨ। ਜਿਹੜੇ ਸਾਇੰਟਿਸਟ ਯੂਰਪ ਦੇ ਤੇ ਇੰਗਲੈਂਡ ਦੇ ਇਕੱਠੇ ਹੋ ਕੇ ਕੰਮ ਕਰਦੇ ਆ ਨਾ, ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਜਿਹੜੇ ਉਹਨਾਂ ਦੇ ਪ੍ਰੋਜੈਕਟ ਇਸ ਵੇਲੇ ਚੱਲ ਰਹੇ ਆ, ਜਿਨ੍ਹਾਂ ਦੇ ਉੱਤੇ ਉਹ ਰਿਸਰਚਾਂ ਚੱਲ ਰਹੀਆਂ ਹੈਗੀਆਂ, ਉਹਨਾਂ ਦੇ ਉੱਤੇ ਕੱਲਾ ਵਿਗਿਆਨ ਨਹੀਂ, ਮੇਰੇ ਖਿਆਲ ਕਿ ਮੈਡੀਸਨ ਜਿਹੜੇ ਪ੍ਰੋਜੈਕਟਸ ਮੈਡੀਕਲ ਪ੍ਰੋਜੈਕਟਸ ਵੀ ਹੈਗੇ ਆ, ਉਹ ਵੀ ਸਾਰੇ ਬੜੇ ਗੁੰਦਵੇਂ ਹੈਗੇ ਆ। ਇੰਨਾ ਈਜ਼ੀ ਨਹੀਂ, ਸੌਖਾ ਕੰਮ ਨਹੀਂ ਹੈ ਜਿਹੜਾ ਗੱਲ ਤੁਸੀਂ ਇੰਟੈਲੀਜੈਂਸ ਦਾ ਕਿਹਾ। ਹੁਣ ਇਹ ਡਿਫੈਂਸ ਦੇ ਲਈ ਇੱਕ ਦੂਸਰੇ ਜਰਮਨੀ, ਫਰਾਂਸ ਇੱਕ ਦੂਸਰੇ ਦੇ ਨਾਲ ਇਹ ਹੈਲਪ ਕਰਦੇ ਸੀਗੇ। ਨੈਟੋ ਕਰਕੇ ਸਾਰੇ ਜੁੜੇ ਆ, ਨੈਟੋ ਕਰਕੇ ਜੁੜੇ ਹੋਏ ਸੀਗੇ ਸਾਰੇ। ਉਹ ਤੋਂ ਵੀ ਇਲਾਵਾ ਯੂਰਪੀਅਨ ਯੂਨੀਅਨ ਕਰਕੇ ਜੁੜੇ ਹੋਏ ਸੀ। ਅੱਛਾ, ਉਹ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਦੂਜੇ ਦੇ ਨਾਲ ਐਕਸਚੇਂਜ ਕਿਸ ਹਿਸਾਬ ਨਾਲ ਕਰਨਗੇ, ਫਿਰ ਉਹਦੇ ਬਾਰੇ ਡਿਸਕਸ਼ਨ ਹੋਣਗੇ। ਫਿਰ ਆ ਜਿਹੜੀ ਆ ਕਸਟਮਸ ਆ, ਉਹ ਡਿਊਟੀ ਲੱਗੂਗੀ, ਕਿੱਦਾਂ ਲੱਗੂਗੀ, ਜਿਹੜੀ ਏਵੀਏਸ਼ਨ ਆ, ਜਿਹੜੇ ਰੂਟ ਆ ਹਵਾਈ ਜਹਾਜ਼ਾਂ ਨੂੰ ਮਿਲਿਓ ਹੈਗੇ ਆ। ਅੱਗੇ ਤਾਂ ਯੂਰਪੀਅਨ ਯੂਨੀਅਨ ਨੂੰ ਇੱਕ ਸੀਗਾ, ਜਿੱਦਾਂ ਹਿੰਦੁਸਤਾਨ ਆ, ਪੰਜਾਬ ਤੋਂ ਤੁਸੀਂ ਤਾਮਿਲਨਾਡੂ ਨੂੰ ਜਾਣਾ ਕੋਈ ਨਹੀਂ
ਪੁੱਛਦਾ ਹੈਗਾ ਕਿਉਂਕਿ ਇੱਕ ਮੁਲਕ ਆ। ਜਦ ਹੁਣ ਇਹਨਾਂ ਨੇ ਜੁਦੇ ਹੋ ਜਾਣਾ ਤੇ ਫਰਾਂਸ ਨੂੰ ਜਾਣ ਲਈ ਜਾਂ ਉੱਥੇ ਨੂੰ ਐਮਸਟਰਡੈਮ ਜਾਣ ਦੇ ਲਈ ਉਹਦੇ ਲਈ ਸਪੈਸ਼ਲ ਡੀਲ ਕਰਨੀ ਪਊਗੀ। ਦੇਖੋ ਦੋ ਹੀ ਚੀਜ਼ਾਂ ਹੈਗੀਆਂ, ਕਿਸੇ ਚੀਜ਼ ਨੂੰ ਜਦੋਂ ਆਪਾਂ ਇੰਨੇ ਲੰਮਾ ਸਮਾਂ ਆਪਾਂ ਨੂੰ ਵਰਤਦੇ ਰਹੇ ਆ ਜਾਂ ਉਸ ਚੀਜ਼ ਤੋਂ ਛੁਟਕਾਰਾ ਪਾਉਣਾ ਜਾਂ ਕੋਈ ਨਵਾਂ ਪ੍ਰਬੰਧ ਤੁਸੀਂ ਲੈਣਾ, ਉਹਦੇ ਨਾਲ ਫਰਕ ਤਾਂ ਪੈਣਾ ਹੀ ਪੈਣਾ। ਹੁਣ ਮੇਰੇ ਖਿਆਲ ਤੁਸੀਂ ਦੇਖਿਆ ਹੋਣਾ ਜਿਹੜੇ ਜਿੰਨੇ ਵੀ ਹਾਈਵੇ ਹੈਗੇ ਆ ਜਾਂ ਮੋਟਰਵੇ ਹੈਗੇ ਆ ਇੰਗਲੈਂਡ ਦੇ, ਬਰਤਾਨੀਆ ਦੇ, ਸਾਰਿਆਂ ਉੱਤੇ ਲਿਖਿਆ ਹੈਗਾ ਕਿ ਪਹਿਲੀ ਤਰੀਕ ਨੂੰ ਤੁਹਾਡੇ ਜਿਹੜੇ ਡਾਕੂਮੈਂਟਸ ਹੈਗੇ ਆ ਉਹ ਬਦਲ ਰਹੇ ਹੈਗੇ ਆ। ਉਹ ਕੀ ਬਦਲ ਰਹੇ ਹੈਗੇ ਆ, ਉਹ ਨਵੇਂ ਡਾਕੂਮੈਂਟ ਕਿਹੜੇ ਹੋਣਗੇ, ਉਹ ਕਿਸੇ ਨੂੰ ਹਲੇ ਕੁਝ ਨਹੀਂ ਪਤਾ ਹੈਗਾ ਮੇਰੇ ਖਿਆਲ। ਉਹਨੇ ਬਿਜ਼ਨਸ ਦਾ ਇਹਦਾ ਬੜਾ ਇਫੈਕਟ ਹੈ। ਦੇਖੋ ਸਿੰਪਲੀ ਗੱਲ ਤਾਂ ਹੈਗੀ ਆ, ਜਿਹਨੂੰ ਅਸੀਂ ਡਿਵੋਰਸ ਬਿੱਲ ਕਹਿੰਦੇ, ਜਦੋਂ ਡਿਵੋਰਸ ਹੁੰਦਾ ਨਾ ਉਹਦੇ ਵਿੱਚ ਹੀ ਆਹ ਚੀਜ਼ ਮੇਰੇ ਆਹ ਟੁੰਬਾਂ ਸੀਆਂ, ਮੇਰਾ ਆਹ ਸੀ, ਮੇਰਾ ਉਹ ਸੀ, ਮਤਲਬ ਤਾਂ ਸਿਰਫ ਡਿਵੋਰਸ ਦਾ ਤਾਂ ਆਹੀ ਆ ਨਾ। ਉਹ ਜੋ ਐਵਰੀ ਚੀਜ਼ ਜਿਹੜੀ ਆ ਕੋਈ ਵੀ ਆ ਉਹ ਹੈਗੀ ਉਹਦੀ ਜਿਹੜੀ ਜਿੰਨੀ ਵੀ ਉਹ ਬਣਨੀਆਂ ਲਿਸਟਾਂ ਬਣ ਗਈਆਂ, ਉਹ ਕਰਨਾ ਆ ਜਿਹਦੇ ਵਿੱਚ ਇੰਨਾ ਕੁਝ ਹੋ ਚੁੱਕਾ। ਚੰਦਰਪਾਲ ਜੀ ਜਿੱਦਾਂ ਬਲਦੇਵ ਹੁਣਾਂ ਨੇ ਕਿਹਾ ਹੈਗਾ, ਉਹ ਤੁਸੀਂ ਜੇ ਸਟਾਰਟ ਪੜ੍ਹਨਾ ਸ਼ੁਰੂ ਕਰੋ ਨਾ ਤੇ ਤੁਹਾਨੂੰ ਤਾਂ ਆਹ ਤਾਂ 110 ਪੇਜ ਤਾਂ ਕੁਝ ਵੀ ਨਹੀਂ ਹੈਗੇ ਤੇ ਇਹ 800 ਮੋਰ ਦੈਨ 800 ਡਿਫਰੈਂਟ ਲਾਜ਼ ਜਿਹੜੇ ਬਣ ਚੁੱਕੇ ਆ, ਉਹਨੂੰ ਕੱਲੇ ਨੂੰ ਇੰਟੈਂਗਲ ਕਰਨਾ ਨਾ, ਉਧੇੜ ਕੇ ਉਧੇੜਨਾ ਉਹਨੂੰ ਜਦੋਂ ਉਹ 5 ਮਿੰਟ ਦਾ ਕੰਮ ਨਹੀਂ, ਜਿਹੜੇ 50 ਸਾਲ ਜਿਹਨੂੰ ਲੱਗੇ ਆ ਬਣਾਉਣ ਨੂੰ। ਤੁਸੀਂ ਇਹੀ ਦੇ ਲਓ ਹੁਣ ਜਿਹੜੇ ਟਰੱਕ ਡਰਾਈਵਰ ਆ ਉਹ ਸਮਾਨ ਲੈ ਕੇ ਜਾਂਦੇ ਯੂਰਪ ਨੂੰ, ਪੈਰਿਸ ਨੂੰ ਜਾਂਦੇ, ਜਰਮਨੀ ਨੂੰ ਜਾਂਦੇ ਆ। ਜੇਕਰ ਯੂਰਪੀਅਨ ਯੂਨੀਅਨ ਕਹਿ ਦੇ ਵੀ ਤੁਹਾਡਾ ਜਿਹੜਾ ਲਾਇਸੈਂਸ ਆ ਤੁਹਾਨੂੰ ਇੱਕ ਇਮਤਿਹਾਨ ਪਾਸ ਕਰਨਾ ਪਊਗਾ, ਹੋਰ ਪਾਸ ਕਰਨਾ ਪਊਗਾ, ਬਿਲਕੁਲ। ਜਾਂ ਬਰਤਾਨੀਆ ਵਾਲੇ ਕਹਿਣ ਆਪਣੇ ਡਰਾਈਵਰਾਂ ਨੂੰ, ਯੈਸ ਬਿਲਕੁਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹਜੇ ਤਾਂ ਆਉਣੀਆਂ ਆ, ਔਰ ਆਉਣੀਆਂ ਵੀ ਉਹ ਇੱਕੋ ਦੁੱਕਾ ਨਹੀਂ ਹੋਣੀਆਂ। ਉਹਦੇ ਤੇ ਹਰ ਇੱਕ ਚੀਜ਼ ਦਾ ਉਹਨਾਂ ਨੇ ਸਵਾਲ ਉਠਾਉਣਾ, ਬ੍ਰਿਟਨ ਨੇ ਵੀ ਉਠਾਉਣਾ। ਇਹਦਾ ਮਤਲਬ ਇਹ ਨਹੀਂ ਹੈ ਕਿ ਇਕੱਲੇ ਉਹਨਾਂ ਨੇ ਬ੍ਰਿਟਨ ਦੀ ਲਾਈਫ ਮੁਸ਼ਕਿਲ ਕਰਨੀ ਹੈ। ਆਲਸੋ ਅਫੈਕਟ ਯੂਰ ਹੌਲੀਡੇਜ਼। ਜੀ ਤੁਹਾਨੂੰ ਵੀਜ਼ਾ ਲੈਣਾ ਪਵੇਗਾ, ਚਾਹੇ ਉਹ ਆਨਲਾਈਨ ਹੋਵੇ, ਕਈ ਕੁਝ ਹੈਗਾ। ਦੇਖੋ ਤੁਹਾਡੀ ਗੱਲ ਤੋਂ ਮੈਨੂੰ ਇਹ ਲੱਗਿਆ ਹੈਗਾ ਕਿ ਜਿਹੜਾ 3 ਸਾਲ ਪਹਿਲਾਂ ਵੀ ਗੱਲ ਕੀਤੀ, ਜਿਹੜਾ ਸੁਪਨਾ ਲਿਆ ਸੀ, ਕਿਸੇ ਵੀ ਮੇਰੇ ਖਿਆਲ ਲੀਡਰ ਨੇ ਇਹ ਨਹੀਂ ਸੋਚਿਆ ਹੋਣਾ ਕਿ ਉਹ ਕਿੰਨਾ ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਅਮਲੀ ਤੌਰ ਦੇ ਉੱਤੇ ਉਹਨੂੰ ਲਾਗੂ ਕਰਨਾ ਕਿੰਨਾ ਮੁਸ਼ਕਿਲ ਹੋਵੇਗਾ ਮੇਰੇ ਖਿਆਲ ਦੇ ਵਿੱਚ। ਸੋ ਹਲੇ ਵੀ ਸਾਨੂੰ ਇਹ ਲੱਗਦਾ ਹੈਗਾ ਕਿ ਗੱਲ ਕਿਸੇ ਪਾਸੇ ਹਲੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਗੱਲ ਕਿੱਧਰ ਨੂੰ ਲੱਗਣੀ, ਪਰ ਇਹ ਲੱਗਦਾ ਵੀ ਗੱਲ ਕਿਤੇ ਨਾ ਕਿਤੇ ਜਾ ਕੇ ਇਹ ਤੋੜ ਵਿਛੋੜਾ ਹੋਵੇਗਾ ਹੀ। ਪਰ ਦੇਖੋ ਜਿਹੜੀ ਇਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ। ਇਸ ਯੂਰਪੀਅਨ ਯੂਨੀਅਨ ਨੇ ਕਿੰਨੇ ਪ੍ਰਾਈਮ ਮਿਨਿਸਟਰਾਂ ਦੀ ਬੜੀ ਚੜੀ ਹੈ। ਜੌਨ ਮੇਜਰ ਤੋਂ ਲੈ ਕੇ ਥੈਚਰ ਵੀ ਇਸੇ ਰੌਲੇ ਦੇ ਵਿੱਚ ਸੀਗੀ। ਹਾਂਜੀ, ਮੇਜਰ ਵੀ ਸੀਗਾ, ਕੈਮਰਨ ਚਲਾ ਗਿਆ, ਥੀਰੇਜ਼ਾ ਮੇ ਚਲੀ ਗਈ, ਆਹ ਹੁਣ ਕਿੰਨਾ ਚਿਰ ਬੈਠਾ, ਇਹਦਾ ਕੋਈ ਵਾਰੀ ਨਹੀਂ ਹੈਗੀ ਵੀ ਹਲੇ ਖਰੇ ਕਿੰਨੇ ਦੀ ਬੜੀ ਚੜ੍ਹਨੀ। ਸੋ ਯੂਰਪੀਅਨ ਯੂਨੀਅਨ ਜਿਹੜੀ ਆ, ਇਟ ਇਜ਼ ਬੀਨ ਅ ਸਟਿਕਿੰਗ ਪੁਆਇੰਟ ਸਪੈਸ਼ਲੀ ਇਨ ਦ ਟੋਰੀ ਪਾਰਟੀ ਫॉर ਅ ਵੈਰੀ ਲੌਂਗ ਟਾਈਮ। ਔਰ ਜਿਹੜੇ ਹਾਰਡ ਹਿਟਿੰਗ ਜਿਹੜੇ ਟੋਰੀਜ਼ ਹੈਗੇ ਨਾ ਵੀ ਜਿਹੜੀ ਜੇ ਅਸੀਂ ਬਾਹਰ ਨਿਕਲਣਾ ਸਾਨੂੰ ਨਹੀਂ ਕੋਈ ਪਤਾ ਲੱਗਦਾ, ਜਿਹੜੇ ਮਤਲਬ ਪੁਰਾਣੇ ਟਾਈਪ। ਪਰ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਕਿ ਹੁਣ 10 ਡਾਊਨਿੰਗ ਸਟਰੀਟ ਤੇ ਕਬਜ਼ਾ ਕੀਤਾ ਆ ਉਹ ਐਗਜ਼ੈਕਟਲੀ। ਪਰ ਸਭ ਤੋਂ ਜ਼ਿਆਦਾ ਦੇਖਿਆ ਜਾਵੇ ਨੁਕਸਾਨ ਜਾਂ ਪ੍ਰਭਾਵ ਜਿਹੜੇ ਹੋਣ ਵਾਲੇ ਹਿੱਸਾ ਹੈਗਾ ਆ, ਉਹ ਹੈਗਾ ਨੌਰਦਰਨ ਆਇਰਲੈਂਡ ਤੇ ਸਦਰਨ ਆਇਰਲੈਂਡ ਦਾ, ਜਿਹਦੇ ਵਿੱਚ ਗੁੱਡ ਫਰਾਈਡੇ ਜਿਹੜਾ ਅਗਰੀਮੈਂਟ ਹੈਗਾ ਆ, ਫੈਸਲਾ ਹੈਗਾ ਜਾਂ ਸਮਝੌਤਾ ਹੈਗਾ, ਉਹਨੂੰ ਜ਼ਿਆਦਾ ਖਤਰਾ ਹੋਣ ਦਾ ਆਸਾਰ ਜਿਹੜੇ ਨਜ਼ਰ ਆ ਰਹੇ ਹੈਗੇ। ਪਰ ਇਸ ਤੋਂ ਬਾਅਦ ਇਹ ਵੀ ਦੇਖਣਾ ਹੋਊਗਾ ਕਿ ਹੱਲੇ ਜਿਹੜਾ ਹੁਣ ਇਸ ਵੇਲੇ ਜਿਹੜੀ ਇਕਨੋਮਿਕ ਸਿਚੁਏਸ਼ਨ ਹੈਗੀ ਆ ਵਰਲਡ ਮਾਰਕੀਟ ਦੀ, ਉਸ ਤੋਂ ਬਾਅਦ ਇਹ ਜਿਹੜਾ ਆਪਾਂ ਮੁਲਕਾਂ ਦੀ ਮੈਂ ਗੱਲ ਕੀਤੀ ਹੈਗੀ ਆ, ਗ੍ਰੀਸ ਦੀ, ਸਪੇਨ ਦੀ, ਇਟਲੀ ਦੀ ਤੇ ਸਦਰਨ ਆਇਰਲੈਂਡ ਦੀ, ਉਹਨਾਂ ਦਾ ਭਵਿੱਖ, ਉਹਨਾਂ ਦੀ ਜਿਹੜਾ ਭਵਿੱਖ ਹੈ ਉਹ ਕਿਹੋ ਜਿਹਾ ਹੋਵੇਗਾ। ਔਰ ਹੁਣੇ ਅਸੀਂ ਦੇਖਦੇ ਹਾਂ ਕਿ ਕੈਟਲਾਨ ਦੇ ਵਿੱਚ ਜੋ ਸਪੇਨ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਧਮਾਕਾ ਹੋਇਆ ਹੈਗਾ ਕਿ ਉਹ ਇੰਨੀ ਅਨਰੈਸਟ ਹੋਈ ਹੈਗੀ ਆ, ਉਹ ਲੋਕ ਆਪਣਾ ਵੱਖਰਾ ਹੋਣਾ ਚਾਹੁੰਦੇ ਆ। ਸੋ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਉੱਤੇ ਲੰਮੇ ਸਮੇਂ ਦੇ ਵਿੱਚ 5-10 ਸਾਲ ਤੱਕ ਇਹਦਾ ਸਾਰੇ ਯੂਰਪੀ ਯੂਨੀਅਨ ਦੇ ਉੱਤੇ ਅਸਰ ਪੈਣਾ ਸ਼ੁਰੂ ਹੋਵੇਗਾ। ਔਰ ਚਿੰਦੇ ਜੀ ਯੂਰਪੀਅਨ ਯੂਨੀਅਨ ਤੇ ਵੀ ਪੈ ਸਕਦਾ। ਮੈਨੂੰ ਤਾਂ ਇਹ ਆ ਕਿ ਯੂਨਾਈਟਿਡ ਕਿੰਗਡਮ ਜਿਹੜਾ ਆ ਇਹ ਯੂਨਾਈਟਿਡ ਨਹੀਂ ਰਹਿਣਾ। ਮੈਨੂੰ ਇਹ ਲੱਗ ਰਿਹਾ ਕਿ ਜੇਕਰ ਅਸੀਂ ਬਾਹਰ ਆ ਜਾਂਦੇ ਨਾ ਤੇ ਜਿਹੜਾ ਹੈਗਾ ਸਕਾਟਲੈਂਡ, ਕਿਉਂਕਿ ਉਹਨਾਂ ਨੇ ਤਾਂ ਇਹੀ ਕਿਹਾ ਸੀ ਕਿ ਅਸੀਂ ਯੂਰਪੀਅਨ ਯੂਨੀਅਨ 'ਚ ਰਹਿਣਾ, 70% ਕਰੇ 65% ਸੀਗੀ ਉਹਨਾਂ ਦੀ। ਉਹਨਾਂ ਨੇ ਜੇਕਰ ਉਹ ਆਪਣਾ ਰੈਫਰੈਂਡਮ ਕਰਵਾ ਲੈਂਦੇ ਆ ਕਿ ਅਸੀਂ ਬ੍ਰਿਟਨ ਤੋਂ ਜੁਦਾ ਹੋਣਾ ਆ ਤੇ ਉਹ ਜੁਆਇਨ ਕਰ ਜਾਣਗੇ ਦੂਸਰੇ ਯੂਰਪੀਅਨ ਯੂਨੀਅਨ ਦੇ ਵਿੱਚ ਤੇ ਕਾਰਲਾਈਲ ਦੇ ਉੱਪਰ ਹਾਰਡ ਬਾਰਡਰ ਹੋਊ। ਇਹਦਾ ਭਵਿੱਖਤਾ ਦੱਸੂਗੀ ਕਿ ਉਹਦਾ ਭਵਿੱਖ ਦੱਸੂ, ਪਰ ਪੋਸਿਬਿਲਿਟੀ ਤਾਂ ਬਣੀ ਨਾ। ਐਟ ਦ ਸੇਮ ਟਾਈਮ ਹਾਲੇ ਜਿਹੜਾ ਹੈਗਾ
ਜਿਹੜਾ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਐਜ਼ ਅ ਯੂਨਾਈਟਿਡ ਕਿੰਗਡਮ ਦਾ ਹੈਗਾ ਵੀ ਉਹ ਤਾਂ ਕੈਮਰਨ ਨੇ ਤਾਂ ਚਲੋ ਹਲੇ ਅਲਾਉ ਕਰ ਦਿੱਤਾ ਸੀ ਸਕਾਟਲੈਂਡ ਨੂੰ ਵੀ ਤੁਸੀਂ ਰੈਫਰੈਂਡਮ ਕਰਾ ਲਓ ਤੇ ਆਈ ਡੋਂਟ ਥਿੰਕ ਦਿਸ ਗਾਈ ਵਿਲ ਡੂ ਇਟ ਨੋ ਹੀ ਵਿਲ ਨੈਵਰ ਹੀ ਵੋਂਟ ਡੂ ਇਟ ਸੋ ਇਸ ਲਈ ਹੈਗਾ ਵੀ ਉਹ ਅਨਅਫੀਸ਼ੀਅਲ ਰੈਫਰੈਂਡਮ ਤਾਂ ਜ਼ਰੂਰ ਕਰਵਾ ਸਕਣਗੇ ਜੀ ਤੇ ਬਟ ਜਿੱਦਾਂ ਅਫੀਸ਼ੀਅਲ ਇੱਕ ਰੈਫਰੈਂਡਮ ਹੋਏਗਾ ਉਹੋ ਜਿਹਾ ਮੁੜ ਕੇ ਨਹੀਂ ਹੋਏਗਾ ਕਿਉਂਕਿ ਇਹ ਕਿਸੇ ਵੀ ਕਾਸਟ ਦੇ ਉੱਤੇ ਬ੍ਰਿਟਨ ਜਿਹੜਾ ਇਹ ਜੁਦਾ ਹੋਣਾ ਨਹੀਂ ਸਕਾਟਲੈਂਡ ਨਹੀਂ ਛੱਡਣਾ ਜੇ ਸਕਾਟ ਨੂੰ ਵੀ ਜਾਂ ਵੇਲਜ਼ ਹੈਗਾ ਜਾਂ ਨਾਰਥਰਨ ਆਇਰਲੈਂਡ ਹੈਗਾ ਕਿ ਤਾਂ ਕਿ ਫਿਰ ਯੂਕੇ ਨਹੀਂ ਨਾ ਰਹੂਗਾ ਫਿਰ ਠੀਕ ਹੈ ਸੋ that remains to be seen ਹਾਂਜੀ ਫਿਰ ਯੂਨਾਈਟਿਡ ਰਹੂਗਾ ਕਿੰਗਡਮ ਨਹੀਂ ਰਹੂਗਾ ਯੈਸ ਸੋ ਤੁਹਾਡੇ ਮਤਲਬ ਕਿ ਇਹ ਜਿਹੜੀ ਐਕਸਟੈਂਸ਼ਨ ਇਸ ਡੀਲ ਵਾਲੀ ਜਾਂ 31 ਅਕਤੂਬਰ ਵਾਲੀ ਆ ਉਹ ਹੋ ਕੇ ਹੀ ਰਹੇਗੀ ਐਕਸਟੈਂਸ਼ਨ ਉਹ ਤਾਂ ਐਜ਼ ਅ ਲਾਅ ਜਿਹਦਾ ਬੈਨ ਐਕਟ ਦੇ ਵਿੱਚ ਉਹਨੂੰ ਚਿੱਠੀ ਪਾ ਦਿੱਤੀ ਉਹਨੇ 2 ਚਿੱਠੀਆਂ ਪਾਈਆਂ ਇੱਕ ਅਨਸਾਈਨਡ ਪਾਈ ਹੈ ਹਾਂਜੀ ਵੀ ਤੂੰ ਆਹ ਕਰ ਲਾ ਤੇ ਵੀ ਮੈਂ ਕਹਿਣ ਦਾ ਭਾਵ ਹੈ ਮੈਂ ਮਜਬੂਰ ਹੋ ਕੇ ਤੁਹਾਨੂੰ ਚਿੱਠੀ ਲਿਖ ਰਿਹਾ ਹੈਗਾ ਕਿਉਂਕਿ ਇਸ ਆਰਡਰ ਆਫ ਦ ਪਾਰਲੀਮੈਂਟ ਤੋਂ ਲਿਖਵਾਈ ਗਈ ਇਹਦੇ ਵਿੱਚ ਜਿਹੜੀ ਫ੍ਰੈਂਚ ਪ੍ਰੈਜ਼ੀਡੈਂਸੀ ਹੈਗੀ ਆ ਉਹਨਾਂ ਨੇ ਵੀ ਇਹ ਕਹਿਤਾ ਸੀਗਾ ਜਿਹੜੀ ਡਿਲੇ ਹੈਗੀ ਆ 31 ਅਕਤੂਬਰ ਤੋਂ ਬਾਅਦ ਇਹ ਕਿਸੇ ਵਾਸਤੇ ਵੀ ਫਾਇਦੇਮੰਦ ਨਹੀਂ ਹੈਗੀ ਆ ਸੋ ਕਿਉਂਕਿ ਜਿਹੜੀ ਗੱਲ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ 31 ਅਕਤੂਬਰ ਨੂੰ ਇਹ ਫੈਸਲਾ ਹੋ ਹੀ ਜਾਣਾ ਚਾਹੀਦਾ ਹੈ ਹਾਂ ਪਰ ਉਹ ਕਿਉਂਕਿ ਉਹ ਤਾਂ ਚਾਹੁੰਦੇ ਆ ਕਿ ਬਈ ਇੱਕ ਪਾਸੇ ਗੱਲ ਨਿਬੜੇ ਇਸ ਲਈ ਇਹ ਨਹੀਂ ਹੋਣਾ ਹੈਗਾ ਪਰ ਇਸ ਅੱਜ ਕੁਝ ਜਿਹੜੀ ਸਵੇਰ ਦੀ ਡਿਵੈਲਪਮੈਂਟ ਇਹ ਸੀਗੀ ਕਿਉਂਕਿ ਉਹਦੇ ਚ ਸਿਰਫ ਇੰਨਾ ਕਿ ਆਉਂਦਾ ਸੀਗਾ ਵੀ ਐਕਸਟੈਂਸ਼ਨ ਸ਼ੁੱਡ ਬੀ देयर ਇਟ ਸ਼ੁੱਡ ਬੀ ਅ ਵੈਰੀ ਸ਼ਾਰਟ ਵਨ ਜਿਹੜੀ ਆਪਣੇ ਕਾਰਬਨ ਐਂਡ ਪ੍ਰਾਈਮ ਮਿਨਿਸਟਰ ਦੇ ਵਿੱਚ ਮੀਟਿੰਗ ਹੋਈ ਆ ਉਹਦੇ ਹਲੇ ਡਿਟੇਲ ਨਹੀਂ ਬਾਹਰ ਆਏ ਹੈਗੇ ਉਹਨੇ ਮਤਲਬ ਆਫਰ ਜ਼ਰੂਰ ਕੀਤਾ ਹੈਗਾ ਵੀ ਇਸ ਬਿੱਲ ਨੂੰ ਆਪਾਂ ਰਲ ਕੇ ਸਕਰੂਟਨਾਈਜ਼ ਕਰਕੇ ਇਹਨੂੰ ਅਸੀਂ ਪਾਸ ਕੀਤਾ ਜਾ ਸਕਦਾ ਵੀ ਉਹ ਕੱਲੀਆਂ ਟਰਮ ਉਹਦੀਆਂ ਨਹੀਂ ਹੋਣੀਆਂ ਬੋਰਿਸ ਜੌਨਸਨ ਦੀਆਂ ਪਰ ਸਰਦੂਲ ਜੀ ਇਹ ਜਿਹੜੀ ਐਕਸਟੈਂਸ਼ਨ ਹੈ ਸ਼ਾਰਟ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਯੂਰਪੀਅਨ ਯੂਨੀਅਨ ਵਾਲੇ ਇਹ ਸੋਚਣਗੇ ਵੀ ਇਹਨਾਂ ਨੇ ਇਹ ਸੋਚਣਾ ਵੀ ਅਸੀਂ ਇਹਦੇ ਵਿੱਚ ਦਖਲਅੰਦਾਜ਼ੀ ਕੀਤੀ ਆ ਖਤ ਦੇ ਵਿੱਚ ਇਹ ਕਿਹਾ ਆ ਕਿ 31 ਜਨਵਰੀ ਤੱਕ ਹੋਵੇ ਜੇਕਰ ਯੂਰਪੀਅਨ ਯੂਨੀਅਨ ਉਹਨੂੰ ਕ੍ਰਿਸਮਸ ਤੱਕ ਐਕਸਟੈਂਸ਼ਨ ਦੇ ਦਿੰਦੇ ਆ ਦੈਟ ਮੀਨਸ ਕਿ ਯੂਰਪੀਅਨ ਯੂਨੀਅਨ ਵਾਲੇ ਇਹਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੈਗੇ ਆ ਖਤ ਦੇ ਵਿੱਚ ਤਾਂ ਜੌਨਸਨ ਨੇ ਕਿਹਾ 31 ਜਨਵਰੀ ਤੱਕ ਚਾਹੀਦੀ ਆ ਉਹ ਸ਼ਾਰਟ ਨਹੀਂ ਦੇ ਸਕਦੇ ਉਹਨਾਂ ਨੂੰ ਉਹੀ ਦੇਣਾ ਪਊ ਜੋ ਕਿ ਖਤ ਦੇ ਵਿੱਚ ਲਿਖਿਆ ਫਿਰ ਦਰਸ਼ਕੋ ਹੁਣ ਸਮਾਂ ਕਹਿੰਦਾ ਕਿ ਮੈਂ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਜਿਵੇਂ ਕਿ 31 ਅਕਤੂਬਰ ਕਹਿੰਦੀ ਹੈ ਮੈਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਹੈਗਾ ਸੋ ਦੇਖਦੇ ਆ ਕਿ ਬੋਰਿਸ ਜੌਨਸਨ ਜਿਸ ਆਪਣੇ ਅਕੀਦੇ ਉੱਤੇ ਅੜਿਆ ਹੋਇਆ ਹੈ ਉਹਦੇ ਵਿੱਚ ਕਿੱਥੋਂ ਤੱਕ ਕਾਮਯਾਬ ਹੁੰਦਾ ਆ ਤੇ ਲੇਬਰ ਪਾਰਟੀ ਦਾ ਜਰਮੀ ਕੋਰਬਨ ਕਹਿੰਦਾ ਕਿ ਅਸੀਂ ਬਰਤਾਨੀਆ ਦੇ ਲੋਕਾਂ ਨੂੰ ਸਾਫ਼ ਦਵਾ ਕੇ ਹਟਣਾ ਹੈਗਾ ਆ ਉਹ ਕਿੱਥੇ ਤੱਕ ਕਾਮਯਾਬ ਹੁੰਦੇ ਆ ਅਸੀਂ ਕਹਿ ਸਕਦੇ ਹਾਂ ਕਿ ਲਾਉਣੀਆਂ ਸੌਖੀਆਂ ਤੇ ਨਿਭਾਉਣੀਆਂ ਔਖੀਆਂ ਤੇ ਜਦੋਂ ਤੋੜ ਤੜਾਈ ਤੇ ਗੱਲ ਆ ਜਾਂਦੀ ਆ ਫਿਰ ਸਭ ਤੋਂ ਜ਼ਿਆਦਾ ਔਖਾ ਹੁੰਦਾ ਆ ਤੇ ਇਸ ਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਤੋਂ ਇੱਥੇ ਹੀ ਖਿਮਾ ਚਾਹੁੰਦੇ ਆ ਕਿਉਂਕਿ ਸਮਾਂ ਨਹੀਂ ਅੱਗੇ ਜਾਣ ਦੇ ਰਿਹਾ ਪਰ ਦੂਜੇ ਪਾਸੇ ਵੀ ਗੱਲ ਹੈਗੀ ਆ ਕਿ ਹਲੇ ਸਾਨੂੰ ਕੁਛ ਨਹੀਂ ਦਿਸ ਰਿਹਾ ਹੈਗਾ ਕਿ ਜਿਹੜੇ ਇਹ ਅਨਿਸ਼ਚਿਤਤਾ ਦੇ ਜਿਹੜੇ ਬੱਦਲ ਹੈਗੇ ਆ ਜਿਹੜਾ ਝੜ ਹੋ ਗਿਆ ਹੈਗਾ ਹਲੇ ਸਾਨੂੰ ਸੂਰਜ ਦਿਸਣ ਨਹੀਂ ਆ ਕਿਸੇ ਨੂੰ ਵੀ ਨਾ ਕਿਸੇ ਲੀਡਰ ਨੂੰ ਨਾ ਕਿਸੇ ਬਰਤਾਨਵੀ ਨਾਗਰਿਕ ਨੂੰ ਨਾ ਹੀ ਕਿਸੇ ਯੂਰਪੀ ਨਾਗਰਿਕ ਨੂੰ ਕਿ ਹਲੇ ਇਹ ਜਿਹੜਾ ਊਠ ਆ ਉਹ ਕਿਸ ਕਰਵਟ ਬੈਠਦਾ ਹੈ ਇਹਦੇ ਨਾਲ ਹੀ ਅਸੀਂ ਸਰਦੂਲ ਸਿੰਘ ਮਵਾਹਾ ਜੀ ਆਪ ਜੀ ਦਾ ਬਲਦੇਵ ਸਿੰਘ ਕੰਤੋਲਾ ਜੀ ਆਪ ਜੀ ਦਾ ਜਦੋਂ ਵੀ ਕੋਈ ਅਗਲੀ ਡਿਵੈਲਪਮੈਂਟ ਹੋਈ ਤਦ ਤੱਕ ਲਈ ਅਸੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਹਿੰਦੇ ਆ ਤੇ ਉਮੀਦ ਕਰਾਂਗੇ ਕਿ ਇੱਕ ਹੋਰ ਪ੍ਰੋਗਰਾਮ ਜਿਹੜਾ ਹੈ ਉਹਦੇ ਬਾਰੇ ਕੀਤਾ ਜਾਵੇਗਾ ਸੋ ਸਾਰੇ ਹੀ ਮਹਿਮਾਨਾਂ ਦਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਿਦਾਇਗੀ ਦੀ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ